श्री नानक अंगद गुरु अमरदास पगबंद रामदास अर्जन गुरु बर श्री हरगोबिंद हरि राय हर कृष्ण गुर बर तेग बहादुर चंद दसवें गोबिंद सिंह गुर नमो चरण अरबिंद जिस में है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक अंकार सतगुरु तह प्रसाद सच होए। वाहे गुरु जी की फतेह बिघ्न विनाशन सोए। एक अंकार सतगुरु तह प्रसाद सच होए। वाहे गुरु जी की फतेह बिघ्न विनाशन सोए। सतनाम श्री वाहिगुरु साहिब जी दोहरा। खड़ग धरह निज घर बिखै ज्वाला बमणी हाथ। हतह निशाने पर मिलह कै अखेर के साथ। खड़ग तरह निज घर बिखै ज्वाला बमणी हाथ। वाहिगुरु जी का खालसा वाहिगुरु जी की फतेह। गरीब नवाज अंतरजामी सच्चे पातशाह दासां गरीबां सिखां सेवकां अपनिਆਂ ਪਿਆਰਿਆਂ ਦੀ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁੱਖਾਂ ਦੇ ਸਾਗਰ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਆਪਣੇ ਸਤਿਗੁਰੂ ਜੀ ਨੂੰ ਯਾਦ ਕਰੀਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਧੰਨ ਧੰਨ ਕਹੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਔਰ ਬੜੇ ਪਿਆਰ ਨਾਲ ਕਹੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਆਪਾਂ ਕਥਾ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਬੜੇ ਵੱਡੇ ਪਰਉਪਕਾਰੀ ਹਨ, ਦਿਆਲੂ ਹਨ, ਕਿਰਪਾਲੂ ਹਨ। ਹਜ਼ੂਰ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਕਈ ਤਰ੍ਹਾਂ ਦੇ ਨਾਲ ਸਤਿਗੁਰੂ ਜੀ ਸਮਝਾਉਂਦੇ ਹਨ। ਸਮਝਾਉਣ ਦਾ ਤਰੀਕਾ ਵਿਧੀ ਸੱਚੇ ਪਾਤਸ਼ਾਹ ਜੀ ਦੀ ਹੈ, ਪਰ ਸਾਰਾ ਕੁਝ ਸਤਿਗੁਰੂ ਜੀ ਸਾਡੇ ਵਾਸਤੇ ਕਰਦੇ ਹਨ ਜੀ। ਆਪ ਜੀ ਨੇ ਕਥਾ ਸਰਵਣ ਕੀਤੀ। ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਸਿੱਖ ਜਗਤ ਦੀ ਝੋਲੀ ਵਿੱਚ ਪਾਈ ਜੀ। ਸਾਰੇ ਸਿੱਖਾਂ ਨੂੰ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਹੈ ਉੱਥੇ ਰਹਿਤ ਰੱਖਣ ਦਾ ਵੀ ਹੁਕਮ ਕੀਤਾ ਜੀ।
ਕੋਈ ਮਨੁੱਖ ਆਖੇ ਵੀ ਮੈਂ ਬੜੀ ਰਹਿਤ ਰੱਖਦਾ ਹਾਂ, ਪਰ ਉਹਨੇ ਅੰਮ੍ਰਿਤ ਨਹੀਂ ਛਕਿਆ ਤੇ ਗੁਰਮੁਖੋ ਉਹਦੀ ਰਹਿਤ ਫਲੀਭੂਤ ਨਹੀਂ ਹੋਏਗੀ ਜੀ। ਕਾਰਨ ਵਿਦਵਾਨਾਂ ਨੇ ਰਹਿਤਨਾਮਿਆਂ ਦੇ ਬਚਨ ਲਿਖੇ ਨੇ, ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੇ। ਇਹ ਪਹਿਲੀ ਰਹਿਤ ਹੈ ਜੀ। ਬੰਦਾ ਕਵੇ ਜੀ ਮੈਂ ਤਾਂ ਰਹਿਤ ਰੱਖਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਗੁਰਮੁਖ ਪਿਆਰੇ ਦੱਸਦੇ ਆ ਵੀ ਪਹਿਲੀ ਰਹਿਤ ਹੈ ਕਿਹੜੀ? ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਜੀ। ਸੋਈ ਸਿੰਘ ਪ੍ਰਧਾਨ ਪਹਿਲਾਂ ਖੰਡੇ ਬਾਟੇ ਦੀ ਪੌਲ ਛਕੇ, ਫਿਰ ਰਹਿਤਾਂ ਸ਼ੁਰੂ ਹੁੰਦੀਆਂ ਨੇ ਜੀ। ਫਿਰ ਸਾਰੀ ਰਹਿਤ ਸ਼ੁਰੂ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਨੇ ਰਹਿਤ ਦ੍ਰਿੜ ਕਰਾਈ ਜੀ। ਉਹ ਬਚਨ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ ਜੀ। ਗੁਰਮੁਖੋ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਾਨੂੰ ਸਾਰਿਆਂ ਨੂੰ ਹੀ ਸਤਿਗੁਰੂ ਜੀ ਦੀ ਬਖਸ਼ੀ ਰਹਿਤ ਰੱਖਣੀ ਚਾਹੀਦੀ ਹੈ। ਰਹਿਤ ਵਾਲੇ ਗੁਰਸਿੱਖ ਨੂੰ ਮਹਾਰਾਜ ਸਤਿਗੁਰੂ ਜੀ ਨੇ ਬਹੁਤ ਜ਼ਿਆਦਾ ਵਡਿਆਇਆ ਹੈ। ਰਹਿਤ ਵਾਲੇ ਗੁਰਸਿੱਖ ਦੀ ਕਮਾਈ ਜਿਹੜੀ ਹੈ ਉਹ ਆਮ ਦੁਨੀਆ ਨਾਲੋਂ ਜ਼ਿਆਦਾ ਫਲੀਭੂਤ ਹੁੰਦੀ ਹੈ। ਸੋ ਵੇਖੋ, ਆਪਾਂ ਕਈ ਕੁਝ ਛਕਦੇ ਹਾਂ ਜੀ, ਤੇ ਛਕਣ ਦਾ ਵੀ ਤੇ ਮਨ ਉੱਤੇ ਬੜਾ ਅਸਰ ਹੈਗਾ ਜੀ। ਢਿੱਲੇ ਮੱਠਿਆਂ ਦੇ ਹੱਥੋਂ ਛਕਾਂਗੇ, ਸੁਚਮਤਾ ਦੇ ਨਾਲ, ਸਾਫ ਸਫਾਈ ਦੇ ਨਾਲ, ਪਵਿੱਤਰਤਾ ਦੇ ਨਾਲ ਨਾ ਬਣਿਆ ਹੋਵੇ, ਬਣਾਉਣ ਵਾਲਿਆਂ ਦੀ ਰਹਿਤ ਨਾ ਚੰਗੀ ਹੋਵੇ, ਬੰਦਾ ਲੱਖ ਯਤਨ ਕਰੇ ਮੇਰਾ ਮਨ ਪਵਿੱਤਰ ਹੋ ਜਾਵੇ, ਪਵਿੱਤਰ ਨਹੀਂ ਹੋਏਗਾ ਜੀ। ਵੇਖੋ, ਇਹ ਕੰਮ ਕਰਨਾ ਔਖਾ ਹੈ। ਮੈਂ ਵੇਖਿਆ ਸਿੱਖ ਜਗਤ ਦੇ ਵਿੱਚ ਬੜੇ ਬੜੇ ਬੰਦੇ ਡੀਂਗਾ ਮਾਰਨ ਲੱਗ ਪੈਂਦੇ ਆ। ਨਹੀਂ ਜੀ, ਇਹ ਸਭ ਗੱਲਾਂ ਫੋਕਟ ਹੈਗੀਆਂ ਜੀ। ਨਹੀਂ, ਅੱਜ ਵੀ ਦਲਾਂ ਪੰਥਾਂ ਦੇ ਵਿੱਚ ਜਾਂ ਬਹੁਤ ਸਾਰੇ ਗੁਰਮੁਖਾਂ ਦੇ ਅਸਥਾਨਾਂ ਦੇ ਉੱਤੇ ਬਬੇਕ ਦਾ ਲੰਗਰ ਤਿਆਰ ਹੁੰਦਾ ਜੀ। ਬਬੇਕ ਦਾ ਜੀ। ਹੁਣ ਉਹਨੂੰ ਜਿਹੜਾ ਛਕੇਗਾ, ਇੱਕ ਤਾਂ ਉਹ ਮਰਜ਼ਾਦਾ ਦੇ ਨਾਲ, ਸੁਚਤਾ ਦੇ ਨਾਲ, ਪਵਿੱਤਰਤਾ ਨਾਲ ਤਿਆਰ ਕੀਤਾ ਜੀ। ਦੂਜਾ, ਉਹਨੂੰ ਪੜ੍ਹਦਿਆਂ ਪੜ੍ਹਦਿਆਂ ਬਾਣੀ ਪੜ੍ਹੀ ਜੀ। ਤੇ ਦੱਸੋ ਤੁਹਾਡਾ ਮਨ ਕਿਉਂ ਨਹੀਂ ਪਵਿੱਤਰ ਹੋਏਗਾ ਜੀ। ਫਿਰ ਹੁਣ ਵੀ ਐਸੇ ਗੁਰਮੁਖ ਪਿਆਰੇ ਨੇ ਜਿਹੜੇ ਗੁਰਮੁਖੋ ਇਸ ਰਹਿਤ ਵਿੱਚ ਪਰਪੱਕ ਨੇ, ਔਰ ਉਹ ਬੜੀ ਬੜੀ ਬਾਣੀ ਪੜ੍ਹਦੇ ਸਾਧ ਸੰਗਤ ਜੀ। ਸਾਨੂੰ ਲੋਕ ਮਿਲਦੇ ਆ, ਕਹਿੰਦੇ ਆ ਗਿਆਨੀ ਜੀ ਬਾਣੀ ਨਹੀਂ ਪੜ੍ਹੀ ਜਾਂਦੀ। ਅਸੀਂ ਬਾਣੀ ਨਹੀਂ ਪੜ੍ਹ ਪਾਉਂਦੇ। ਜਿੰਨਾ ਨਿਤਨੇਮ ਕਰਨਾ ਚਾਹੀਦਾ ਅਸੀਂ ਉਹਨਾਂ ਨਿਤਨੇਮ ਨਹੀਂ ਕਰ ਪਾਉਂਦੇ। ਵੱਧ ਬਾਣੀ ਦੀ ਤੇ ਗੱਲ ਛੱਡੋ, ਕਹਿੰਦੇ ਜਿਹੜਾ 5 ਬਾਣੀਆਂ ਦਾ ਨਿਤਨੇਮ ਹੈ ਨਾ, ਸਾਡੇ ਕੋਲ ਉਹ ਵੀ ਨਹੀਂ ਹੁੰਦਾ ਜੀ। ਜਿਉਂਦੀ ਜਾਗਦੀ ਉਦਾਹਰਣ ਮੈਂ ਤੁਹਾਨੂੰ ਇੱਕ ਦੇ ਦੇਣਾ ਜੀ। ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਸੁਲਤਾਨਪੁਰ ਲੋਧੀ ਰਹਿੰਦੇ ਆ ਜੀ। ਅੱਜ ਵੀ ਦਿਨ ਵਿੱਚ ਉਹ ਇੱਕ ਵਾਰੀ ਪ੍ਰਸ਼ਾਦਾ ਛਕਦੇ ਆ, ਆਪਣੇ ਹੱਥੀਂ ਬਣਾ ਕੇ ਛਕਦੇ ਆ, ਬਾਣੀ ਪੜ੍ਹਦੇ ਆ, ਬਣਾਉਂਦੇ ਆ। ਸਿਰਫ ਇੱਕੋ ਵਾਰੀ ਉਹਨਾਂ ਨੇ ਪ੍ਰਸ਼ਾਦਾ ਛਕਣਾ ਜੀ। ਤੇ ਉਹਨਾਂ ਦੀ ਕਥਾ ਨੈੱਟ 'ਤੇ ਪਈ ਹੈ, ਕਿਤੇ ਸੁਣ ਕੇ ਵੇਖਿਓ। ਰਸਨਾ 'ਚ ਰਸ ਕਿੰਨਾ ਹੈ ਜੀ। ਰਹਿਤ ਤਾਂ ਹੈਗੀ ਆ ਨਾ ਜੀ। ਹੁਣ ਤੁਸੀਂ ਕਹੋਗੇ ਵੀ ਅਸੀਂ ਤਾਂ ਸਮਾਜਿਕ ਹਾਂ, ਅਸੀਂ ਤਾਂ ਬਾਹਰ ਵਿਚਰਨਾ। ਭਾਈ ਸਾਹਿਬ ਜੀ, ਕਦੀ ਕਦੀ ਪੀਜ਼ਾ ਵੀ ਖਾਣਾ ਹੁੰਦਾ ਅਸੀਂ। ਠੀਕ ਹੈ, ਉਹ ਮਨ ਆਈਆਂ ਨੇ ਸਾਡੀਆਂ। ਢਿੱਲ ਮੱਠ ਵਾਲੇ ਬੰਦੇ ਬਣਾਉਂਦੇ ਆ, ਪਰ ਫਿਰ ਇਹ ਨਹੀਂ ਕਹਿਣਾ ਸਾਨੂੰ ਆ ਕੇ ਵੀ ਸਾਡਾ ਬਾਣੀ ਪੜ੍ਹਨ 'ਚ ਮਨ ਨਹੀਂ ਲੱਗਦਾ, ਜਾਂ ਸਾਡੇ ਕੋਲ ਬਾਣੀ ਨਹੀਂ ਪੜ੍ਹੀ ਜਾਂਦੀ ਜੀ। ਜੈਸਾ ਅੰਨ ਵੈਸਾ ਮਨ, ਜੋ ਖਾਵਾਂਗੇ ਉਹਦਾ ਅਸਰ ਹੋਏਗਾ।
ਹੁਣ ਹੋਰ ਛੱਡੋ, ਇਹਦਾ ਮੈਂ ਸੌਖਾ ਤਰੀਕਾ ਤੁਹਾਨੂੰ ਬੇਨਤੀ ਕਰ ਦਿੰਦਾ, ਕਿਉਂਕਿ ਕਥਾ ਵਿਦੇਸ਼ਾਂ ਵਿੱਚ ਵੀ ਜਾ ਰਹੀ ਹੈ, ਇੱਥੇ ਸੰਗਤਾਂ ਵੀ ਤੁਸੀਂ ਸੁਣਦੇ ਹੋ। ਆਪਣੇ ਘਰ ਦੀ ਜਿਹੜੀ ਰਸੋਈ ਹੈ ਨਾ ਜੀ ਸਾਡੀ, ਉੱਥੇ ਸੁੱਚਤਾ ਰੱਖਣੀ ਸ਼ੁਰੂ ਕਰ ਦਿਓ, ਮਨ ਆਪੇ ਸੁੱਚਾ ਹੋ ਜਾਏਗਾ ਜੀ। ਫਿਰ ਗੱਲ ਧਿਆਨ ਨਾਲ ਸੁਣਿਓ। ਆਪਣੇ ਘਰ ਦੀ ਰਸੋਈ ਦੇ ਵਿੱਚ ਸੁੱਚਤਾ ਰੱਖਣੀ ਸ਼ੁਰੂ ਕਰ ਦਿਓ, ਮਨ ਆਪੇ ਸੁੱਚਾ ਹੋਣਾ ਸ਼ੁਰੂ ਹੋ ਜਾਏਗਾ ਜੀ। ਜੇ ਰਸੋਈ ਸਾਫ਼ ਹੈ ਨਾ ਜੀ, ਤੇ ਮਨ ਵੀ ਸਾਫ਼ ਹੋਣਾ ਸ਼ੁਰੂ ਹੋ ਜਾਣਾ ਜੀ। ਮਨ ਬਾਣੀ ਪੜ੍ਹਨ ਨੂੰ ਕਰੇਗਾ, ਮਨ ਨੇ ਸ਼ਾਂਤ ਹੋਣਾ ਸ਼ੁਰੂ ਹੋ ਜਾਣਾ ਜੀ। ਸਤੋ ਗੁਣੀ ਭੋਜਨ ਛਕੋ, ਸਤੋ ਗੁਣੀ ਭੋਜਨ ਛਕਿਆ ਮਨ ਪਵਿੱਤਰ ਰਹੇਗਾ, ਮਨ ਸਾਫ਼ ਰਹੇਗਾ, ਮਨ ਆਲਸੀ ਨਹੀਂ ਬਣੇਗਾ। ਇਹ ਰਹਿਤਾਂ ਗੁਰੂ ਜੀ ਨੇ ਦਸੀਆਂ ਨੇ, ਇਹ ਕੋਈ ਆਮ ਗੱਲਾਂ ਨਹੀਂ ਹੈਗੀਆਂ ਜੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਦੀ ਕਥਾ ਕਰਦਿਆਂ ਬਚਨ ਆਇਆ। ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਬਹੁਤੀਆਂ ਮਿਰਚਾਂ ਵਾਲੇ ਭੋਜਨ ਛਕੇਗਾ, ਉਹਦੇ ਅੰਦਰ ਉਹਨਾਂ ਗੁੱਸਾ ਹੋਏਗਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਤਮੋਗੁਣੀ ਭੋਜਨ ਹੈ, ਤੇ ਜਦੋਂ ਭੋਜਨ ਤਮੋਗੁਣੀ ਕੀਤਾ ਤੇ ਮਨ ਵੀ ਤਮੋਗੁਣੀ ਬਣੇਗਾ ਜੀ। ਕਹਿੰਦੇ ਮਨ ਨਹੀਂ ਸੁੱਚਾ ਰਹਿੰਦਾ, ਮਨ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ, ਖਾਣਾ ਦਾਣਾ ਨਹੀਂ ਸੁੱਚਤਾ ਵਾਲਾ ਜੀ। ਪਵਿੱਤਰਤਾਈ ਵਾਲਾ ਹੋਵੇ, ਕਿਉਂ ਉਹਦੇ ਤੋਂ ਹੀ ਖੇਡ ਹੈ ਸਾਰੀ। ਸਾਰੀ ਖੇਡ ਹੀ ਗੁਰਮੁਖੋ ਇਹਦੇ ਉੱਤੋਂ ਹੈ। ਜਿੰਨੀ ਤੁਸੀਂ ਆਪਣੇ ਅੰਦਰ ਦੀ ਪਵਿੱਤਰਤਾਈ ਰੱਖਣਾ ਚਾਹੁੰਦੇ ਹੋ, ਓਨੀ ਆਪਣੀ ਰਸੋਈ, ਆਪਣੀ ਕਿਚਨ ਦੀ ਤੁਸੀਂ ਪਵਿੱਤਰਤਾਈ ਰੱਖਣੀ ਸ਼ੁਰੂ ਕਰ ਦਿਓ। ਵੈਸੇ ਤੇ ਸਾਡੇ ਪੁਰਾਣਿਆਂ ਦਾ ਸ਼ਬਦ ਹੈਗਾ ਰਸੋਈ। ਰਸੋਈ ਜਿੱਥੇ ਰਸ ਝਰਦਾ ਜੀ, ਜਿੱਥੇ ਰਸ ਤਿਆਰ ਹੁੰਦਾ ਜੀ। ਤੇ ਮੈਂ ਗੁਰਮੁਖਾਂ ਨੂੰ ਸੁਣ ਰਿਹਾ ਸਾਂ, ਉਹ ਕਹਿੰਦੇ ਜਿਹੜਾ ਕਿਚਨ ਹੈ, ਕਿਚਨ ਸ਼ਬਦ ਵਰਤਦੇ ਆਪਾਂ ਅੱਜ ਕੱਲ੍ਹ। ਉਹ ਕਿਚਨ ਕੀ ਆ? ਉਹ ਕਿਚ ਕਿਚ ਹੀ ਹੈ ਸਾਧ ਸੰਗਤ ਜੀ। ਉੱਥੇ ਕਿਚ ਕਿਚ ਹੀ ਹੈਗੀ ਹੈ ਜੀ। ਰਸੋਈ 'ਚ ਰਸ ਹੈ। ਜਿਸ ਰਸੋਈ 'ਚ ਰਸ ਹੈ, ਉਸ ਰਸੋਈ 'ਚੋਂ ਭੋਜਨ ਛਕਣ ਵਾਲਿਆਂ ਦੇ ਹਿਰਦੇ ਵਿੱਚ ਵੀ ਰਸ ਹੋਏਗਾ ਜੀ। ਸੋ ਇੱਕ ਇੱਕ ਗੱਲ ਦੀ ਬੜੀ ਬੜੀ ਵੱਡੀ ਵਿਆਖਿਆ ਹੈ। ਜੇ ਕਰਨ ਲੱਗੀਏ ਤੇ ਸਮਾਂ ਲੱਗੇਗਾ। ਆਪਾਂ ਲੜੀਵਾਰ ਕਥਾ ਵੀ ਵਿਚਾਰਨੀ ਹੈ। ਮਹਾਰਾਜ ਨੇ ਸਿੱਖਿਆ ਹੀ ਦਿੱਤੀ ਜੀ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਜਿਹੜੀ ਸਿੱਖਿਆ ਸਾਨੂੰ ਦਿੱਤੀ ਹੈ, ਗੁਰਮੁਖੋ, ਉਹ ਬਚਨ ਆਪ ਜੀ ਨੇ ਕੱਲ੍ਹ ਦੀ ਕਥਾ ਵਿੱਚ, ਪਰਸੋਂ ਦੀ ਕਥਾ ਵਿੱਚ ਸੁਣਿਆ। ਕਿਵੇਂ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਵਾਈ ਜੀ। ਗਧੇ ਦਾ ਬਣ ਗਿਆ ਟੌਰ, ਪਰ ਜਦੋਂ ਪਛਾਣ ਆਈ, ਸੋਟੀਆਂ ਵੱਜੀਆਂ ਤੇ ਗਧਾ ਫਿਰ ਉਵੇਂ ਦਾ ਉਵੇਂ ਹੀ ਹੋ ਗਿਆ ਜੀ। ਆ ਸ਼ੇਰ ਦੀ ਖੱਲ ਹੈ। ਮਹਾਰਾਜ ਕਹਿੰਦੇ ਇਹਦੇ ਨਾਲ ਨਾਲ ਬਾਣੀ ਵੀ ਚਾਹੀਦੀ ਹੈ। ਸੋ ਗੁਰੂ ਸਾਹਿਬ ਜੀ ਨੇ ਉਸ ਬਚਨ ਰਾਹੀਂ ਸਿੱਖਿਆ ਦਿੱਤੀ ਜੀ। ਹੁਣ ਆਪਾਂ ਅੱਗੇ ਕਥਾ ਸਰਵਣ ਕਰੀਏ। ਖਾਲਸਾ ਦਿਨੋਂ ਦਿਨ ਵੱਧ ਰਿਹਾ। ਗੁਰੂ ਜੀ ਦੀ ਮਹਿਮਾ ਬਹੁਤ ਵਧਣ ਲੱਗੀ। ਬੇਅੰਤ ਸੰਗਤਾਂ ਅੰਮ੍ਰਿਤ ਛਕ ਕੇ ਗੁਰੂ ਵਾਲੀਆਂ ਬਣਨੀਆਂ ਸ਼ੁਰੂ ਹੋਈਆਂ ਜੀ। ਅੱਗੋਂ ਹੁਣ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਸਾਰੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਖੜਗ ਧਰਹਿ ਨਿਜ ਘਰ ਬਿਖੈ, ਜਵਾਲਾ ਬਮਣੀ ਹਾਥ। ਹਜੂਰ ਗਰੀਬ ਨਵਾਜ ਸਤਿਗੁਰੂ ਜੀ ਮਹਾਰਾਜ ਖੜਗ ਵੀ ਧਾਰਨ ਕਰਦੇ ਆ ਤੇ ਜਵਾਲਾ ਬੰਮਣੀ ਵੀ ਰੱਖਦੇ ਸੀਗੇ ਜੀ। ਜਵਾਲਾ ਬੰਮਣੀ ਬੰਦੂਕ ਨੂੰ ਕਹਿੰਦੇ ਆ ਜੀ। ਦੋਵੇਂ ਸ਼ਸਤਰ ਮਹਾਰਾਜ ਰੱਖਦੇ। ਹੱਥ ਹੈ ਨਿਸ਼ਾਨੇ ਪਰ ਮਿਲ ਹੈ,
ਕੈ ਅਖੇਰ ਕੇ ਸਾਥ। ਫਿਰ ਸਤਿਗੁਰੂ ਜੀ ਨਿਸ਼ਾਨਾ ਲਾਉਂਦੇ ਜੀ, ਨਿਸ਼ਾਨਾ ਲਾਉਂਦੇ। ਨਿਸ਼ਾਨਾ ਲਾਉਣਾ ਬੜੀ ਵੱਡੀ ਇਕਾਗਰਤਾ ਦੀ ਗੱਲ ਹੈਗੀ ਹੈ, ਬੜੀ ਵੱਡੀ ਇਕਾਗਰਤਾ ਦੀ ਗੱਲ ਹੈ। ਮਹਾਰਾਜ ਜੀ ਨਿਸ਼ਾਨਾ ਲਾਉਂਦੇ, ਸ਼ਿਕਾਰ ਵੀ ਖੇਡਦੇ ਸੱਚੇ ਪਾਤਸ਼ਾਹ। ਚੌਪਈ ਸੁਪਨੇ ਮਾਤਰ ਨਾ ਆਯੁਧ ਜਨ ਹੈ। ਹਾਂਜੀ, ਸੁਨਤ ਲੜਾਈ ਜੇਰ ਡਰ ਮਨ। ਹਜੂਰ ਗਰੀਬ ਨਵਾਜ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਹੁਕਮ ਕਰਦੇ ਕਿ ਭਾਈ ਸ਼ਸਤਰ ਧਾਰਨ ਕਰਨੇ ਹੈ। ਸੁਪਨੇ ਮਾਤਰ ਨਾ ਆਯੁਧ ਜਨ ਹੈ। ਉਹ ਬੰਦੇ ਸਨ ਕਈ ਜਿਨ੍ਹਾਂ ਨੇ ਕਦੀ ਸੁਪਨੇ ਵਿੱਚ ਵੀ ਸ਼ਸਤਰ ਨਹੀਂ ਸੀ ਚਲਾਏ, ਜਿਨ੍ਹਾਂ ਨੇ ਕਦੀ ਸੁਪਨੇ ਵਿੱਚ ਵੀ ਸ਼ਸਤਰ ਨਹੀਂ ਸੀ ਚਲਾਏ ਜੀ। ਸੁਨਤ ਲਲਾਈ ਜੇ ਡਰ ਮਨ ਹੈ। ਤੇ ਜੇ ਕਿਤੇ ਲੜਾਈ ਹੋਣ ਲੱਗ ਪੈਂਦੀ ਨਾ ਜੀ, ਉਹ ਡਰ ਜਾਂਦੇ ਵਿਚਾਰੇ ਜੀ, ਡਰ ਜਾਂਦੇ ਜੀ। ਇੰਨਾ ਉਹਨਾਂ ਨੂੰ ਡਰ ਲੱਗਦਾ ਸੀ ਲੜਾਈ ਦੇ ਨਾਮ ਤੋਂ ਜੀ। ਲੜਾਈ ਕਿਸੇ ਦੀ ਹੋਣ ਦੀ ਹੁੰਦੀ ਸੀਗੀ, ਉਹ ਵਿਚਾਰੇ ਆਪਣੇ ਘਰ ਬੈਠੇ ਡਰ ਜਾਂਦੇ ਸੀ ਲੋਕ। ਹਾਂਜੀ, ਸੋ ਅੰਮ੍ਰਿਤ ਛਕ ਹੋਵਤ ਜੋਧੇ। ਜਿਨ੍ਹਾਂ ਨੇ ਕਦੀ ਸੁਪਨੇ ਵਿੱਚ ਵੀ ਸ਼ਸਤਰ ਨਹੀਂ ਸੀ ਧਾਰਨ ਕੀਤੇ, ਜਿਹੜੇ ਲੜਾਈ ਕਿਸੇ ਦੀ ਹੁੰਦੀ ਸੀ ਤਾਂ ਉਹ ਡਰ ਜਾਂਦੇ ਸੀਗੇ, ਕਹਿੰਦੇ ਉਹਨਾਂ ਨੇ ਅੰਮ੍ਰਿਤ ਛਕ ਲਿਆ, ਉਹ ਯੋਧੇ ਬਣ ਗਏ ਜੀ, ਉਹਨਾਂ ਵਿੱਚ ਵੀਰਤਾ ਆਈ ਜੀ। ਹਾਂਜੀ, ਪਿਖ ਅਨੀਤ ਸ਼ਤਰੁਨ ਪਰ ਕ੍ਰੋਧੇ। ਜਦੋਂ ਕੁਛ ਫਿਰ ਗਲਤ ਹੁੰਦਾ ਵੇਖਦੇ, ਉਹ ਟੁੱਟ ਕੇ ਪੈ ਜਾਂਦੇ ਜੀ। ਉਹਨਾਂ ਕੋ ਬਰਦਾਸ਼ਤ ਨਹੀਂ ਸੀ ਹੁੰਦਾ ਗਲਤ ਕੰਮ ਜੀ। ਹਾਂਜੀ, ਸ਼ਸਤਰਨ ਕੋ ਬਿਸਾਹ ਨਹਿ ਕਰੈ। ਹਾਂਜੀ। ਰਾਤ ਦਿਵਸ ਅੰਗਨ ਸੰਗ ਧਰੈ। ਤੇ ਉਹ ਲੋਕ ਜਿਨ੍ਹਾਂ ਨੇ ਕਦੀ ਸੁਪਨੇ 'ਚ ਸ਼ਸਤਰ ਨਹੀਂ ਸੀ ਪਾਏ, ਸਤਿਗੁਰੂ ਜੀ ਦੀ ਕਿਰਪਾ ਹੋਈ, ਉਹ ਰਾਤ ਨੂੰ ਵੀ ਲਾ ਕੇ ਨਹੀਂ ਸੌਂਦੇ ਹੁੰਦੇ ਜੀ। ਉਹ ਕਹਿੰਦੇ ਸੀ ਨਹੀਂ, ਸ਼ਸਤਰ ਨਹੀਂ ਵੱਖ ਕਰਨੇ, ਦਿਨ ਰਾਤ ਸ਼ਸਤਰਧਾਰੀ ਬਣ ਕੇ ਉਹ ਰਹਿੰਦੇ ਸੀਗੇ ਜੀ। ਹਾਂਜੀ, ਇੱਕ ਦਿਨ ਬੈਠੇ ਗੁਰ ਫਰਮਾਇਓ। ਇੱਕ ਦਿਨ ਸੱਚੇ ਪਾਤਸ਼ਾਹ ਗਰੀਬ ਨਵਾਜ ਆਨੰਦਪੁਰ ਸਾਹਿਬ ਵਿੱਚ ਬੈਠੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਜੀ ਨੇ ਬਚਨ ਕੀਤਾ, ਪ੍ਰਥਮ ਸ਼ਤਰੀਅਨ ਰਾਜ ਗਵਾਏ ਹੋ। ਮਹਾਰਾਜ ਕਹਿਣ ਲੱਗੇ ਵੀ ਪਹਿਲਾਂ ਵੀ ਰਾਜ ਖੱਤਰੀਆਂ ਦੇ ਕੋਲ ਸੀ, ਛਤਰੀਆਂ ਦੇ ਕੋਲ ਸੀ, ਪਰ ਸ਼ਸਤਰ ਵਿਦਿਆ ਨਾ ਹੋਣ ਕਰਕੇ ਉਹਨਾਂ ਦਾ ਰਾਜ ਗਵਾਚ ਗਿਆ। ਹਾਂਜੀ, ਸ਼ਸਤਰਨ ਕੋ ਤਜ ਕੈ ਅਭਿਆਸਾ। ਬਸੇ ਅਮਾਵਸ ਬਿਲਸ ਬਿਲਾਸਾ। ਕਿਉਂ? ਉਹਨਾਂ ਸ਼ਸਤਰਾਂ ਦਾ ਅਭਿਆਸ ਛੱਡ ਦਿੱਤਾ, ਪ੍ਰੈਕਟਿਸ ਛੱਡ ਦਿੱਤੀ, ਤੇ ਘਰਾਂ ਦੇ ਵਿੱਚ ਰਹਿ ਕੇ ਆਨੰਦ ਬਿਲਾਸ ਵਿੱਚ ਲੱਗ ਗਏ, ਘਰੇਲੂ ਬਣ ਗਏ, ਸ਼ਸਤਰਾਂ ਦਾ ਅਭਿਆਸ ਛੱਡ ਦਿੱਤਾ। ਮਹਾਰਾਜ ਕਹਿੰਦੇ ਰਾਗ ਰੰਗ ਮੈਂ ਮਤ ਬਿਸਾਲਾ। ਰਾਜ ਦੇ ਆਨੰਦ ਵਿੱਚ ਮਤ ਲੱਗ ਗਈ ਉਹਨਾਂ ਦੀ, ਆਨੰਦ ਆਉਣ ਲੱਗ ਪਿਆ, ਨਾਚ ਗਾਣੇ ਸ਼ੁਰੂ ਹੋ ਗਏ, ਪਰਮੇਸ਼ਰ ਦਾ ਚੇਤਾ ਭੁੱਲ ਗਿਆ ਜੀ। ਡਰਨ ਲੱਗੇ ਰਿਪ ਜਾਨ ਕਰਾਲਾ। ਜਦੋਂ ਬੰਦਾ ਵਕਾਰੀ ਹੋ ਜਾਵੇ ਨਾ, ਫਿਰ ਗੁਰਮੁਖੋ ਉਹ ਡਰਨ ਵੀ ਲੱਗ ਪੈਂਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕਿਸੇ ਨਾ ਕਿਸੇ ਗੱਲ ਦਾ ਡਰ ਉਹਦੇ ਅੰਦਰ ਬਣਿਆ ਹੀ ਰਹਿੰਦਾ ਜੀ। ਮਹਾਰਾਜ ਕਹਿੰਦੇ ਹੈ ਤਾਂ ਰਾਜੇ ਸੀ ਉਹ ਛਤਰੀ, ਵਕਾਰੀ ਹੋ ਗਏ, ਡਾਂਸ ਵੇਖਣ ਲੱਗ ਪਏ, ਰੰਗ ਰੂਪ ਵਿੱਚ ਖਚਤ ਹੋ ਗਏ, ਮਨ ਕਮਜ਼ੋਰ ਹੋ ਗਿਆ। ਮਨ ਕਮਜ਼ੋਰ ਹੋਇਆ, ਉਹ ਸਭ ਤੋਂ ਡਰਨ ਲੱਗ ਪਏ ਜੀ। ਹਾਂਜੀ, ਸਮੁਖ ਮਲੇਸ਼ਨ ਕੇ ਨਹਿ ਹੋਏ। ਜਦੋਂ ਫਿਰ ਮਲੇਸ਼ ਆਏ ਨਾ, ਸਤਿਗੁਰੂ ਕਹਿੰਦੇ ਸ਼ਸਤਰਾਂ ਦਾ ਅਭਿਆਸ ਨਹੀਂ ਸੀ ਕੀਤਾ, ਉਹ ਫਿਰ ਮਲੇਸ਼ਾਂ ਦੇ ਸਾਹਮਣੇ ਡਰਦੇ ਗਏ ਹੀ ਨਹੀਂ ਜੀ। ਹਾਂਜੀ, ਤਜ ਅਯੁੱਧ ਸੂਰਤਨ ਖੋਏ। ਸ਼ਸਤਰ ਛੱਡ ਦਿੱਤੇ ਤੇ ਰਾਜ ਭਾਗ ਆਪਣਾ ਤੁਰਕਾਂ ਨੂੰ ਦੇ ਦਿੱਤਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਚੰਗਾ ਰਾਜ ਭਾਗ ਕਰਨਾ ਇਹ ਵੀ ਦੁਨੀਆ ਦੀ ਸੇਵਾ 'ਚ ਗੁਰਮੁਖੋ, ਸੰਸਾਰ ਦੀ ਸੇਵਾ।
ਸੰਸਾਰ ਦੇ ਜੀਵਾਂ ਨੂੰ ਖੁਸ਼ ਰੱਖਣਾ ਪਰਮਾਤਮਾ ਨੂੰ ਖੁਸ਼ ਰੱਖਣ ਦੇ ਬਰਾਬਰ ਹੈ। ਮਹਾਰਾਜ ਕਹਿੰਦੇ ਉਹਨਾਂ ਨੇ ਰਾਜ ਭਾਗ ਆਪਣੇ ਛੱਡ ਬੈਠੇ ਹੋ, ਸੁੱਖ ਰਹਿਣੇ ਹੋਗੇ, ਸੁੱਖ ਰਹਿਣੇ ਜੀ, ਖੇਚਲ ਕਰਕੇ ਰਾਜੀ ਨਹੀਂ ਸੀਗੇ ਹੈਗੇ ਜੀ। ਹਾਂ, ਭਏ ਦੀਨ ਕਾਤੁਰ ਮਤ ਮੂੜੇ। ਮਹਾਰਾਜ ਕਹਿਣ ਲੱਗੇ ਉਹ ਕਾਇਰ ਬਣ ਗਏ, ਡਰਾਕਲ ਬਣ ਗਏ, ਮਨ ਕਮਜ਼ੋਰ ਹੋ ਗਿਆ ਨਾ ਜੀ, ਮਨ ਵਿਸ਼ੇ ਵਿਕਾਰਾਂ ਵਿੱਚ ਲੱਗ ਗਿਆ ਜੀ। ਹਾਂਜੀ, ਨਿਕਸ ਸਦਨ ਤੇ ਅਸ ਨ ਅਰੂੜੇ। ਕਿਉਂ? ਰਾਜ ਭਾਗ ਵਿੱਚ ਬੈਠੇ, ਰਾਣੀਆਂ ਦੇ ਨਾਲ ਬੈਠੇ, ਬੱਚਿਆਂ ਦੇ ਨਾਲ ਇਸ ਹਿਸਾਬ ਨਾਲ ਬੈਠੇ, ਕਦੀ ਘੋੜਿਆਂ ਤੇ ਚੜੇ ਹੀ ਨਹੀਂ ਸੀਗੇ ਉਹ ਜੀ। ਫਿਰ ਰਾਜ ਭਾਗ ਮਿਲ ਗਏ, ਠੀਕ ਹੈ, ਕਦੀ ਘੋੜਿਆਂ ਤੇ ਨਹੀਂ ਚੜੇ, ਕਦੀ ਸ਼ਸਤਰਾਂ ਦਾ ਅਭਿਆਸ ਨਹੀਂ ਕੀਤਾ। ਤੇ ਚੇਤਾ ਰੱਖਿਓ, ਜਿਹੜਾ ਆਲਸੀ ਹੋ ਜੇ ਫਿਰ ਉਹਦਾ ਰਾਜ ਕੋਈ ਲੈ ਹੀ ਲੈਂਦਾ ਆ ਕੇ ਜੀ। ਇਹਦਾ ਇੱਕ ਭਾਵ ਵੀ ਚ ਗੁਰੂ ਸਾਹਿਬ ਜੀ ਨੇ ਆਲਸ ਦੀ ਨਖੇਦੀ ਕੀਤੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਕੋਈ ਨਹੀਂ, ਹੁਣ ਕਰਦੇ ਹਾਂ, ਫਿਰ ਥੋੜੇ ਸਮੇਂ ਬਾਅਦ ਹੁਣ ਕਰਦੇ ਹਾਂ। ਜਿੰਨਾ ਬੰਦਾ ਵਕਾਰੀ ਹੋਏਗਾ ਓਨਾ ਹੀ ਉਹਦੇ ਵਿੱਚ ਆਲਸ ਹੋਏਗਾ। ਗੁਰਮੁਖੋ, ਆਲਸੀ ਬੰਦਾ ਕੁਝ ਪ੍ਰਾਪਤ ਨਹੀਂ ਕਰ ਸਕਦਾ ਜੀ। ਹਾਂਜੀ, ਤਬ ਤੁਰਕਾਨ ਕੀਨ ਰਨ ਕਰਨੀ। ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਤਾਂ ਘੋੜਿਆਂ ਤੇ ਚੜ੍ਹਨਾ ਹੀ ਚੇਤਾ ਭੁੱਲ ਗਿਆ ਤੇ ਤੁਰਕਾਂ ਨੇ ਆ ਕੇ ਫਿਰ ਹਮਲਾ ਕਰ ਦਿੱਤਾ। ਹਾਂਜੀ, ਛੀਨਿਓ ਰਾਜ ਕੋਸ਼ ਗੱਡ ਧਰਨੀ। ਤੇ ਰਾਜ ਭਾਗ ਉਹਨਾਂ ਦਾ ਖੋਹ ਲਿਆ ਜੀ। ਰਾਜੇ ਸਨ, ਨੌਕਰ ਬਣਨਾ ਪੈ ਗਿਆ ਜੀ। ਵੇਖੋ, ਵਾਹਿਗੁਰੂ ਨੇ ਦਾਤ ਤੇ ਦਿੱਤੀ ਸੀਗੀ, ਪਰ ਦਾਤ ਨੂੰ ਸਾਂਭ ਨਹੀਂ ਸਕੇ ਜੀ ਉਹ ਜੀ, ਆਲਸੀ ਹੋ ਗਏ ਜੀ। ਹਾਂਜੀ, ਸ਼ਸਤਰਨ ਕੇ ਅਧੀਨ ਹੈ ਰਾਜ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਸਿੱਖੋ, ਤੁਹਾਨੂੰ ਬਾਹਰੀ ਤੌਰ ਦੀ ਗੱਲ ਦੱਸਣ ਲੱਗੇ, ਬਾਹਰੀ ਤੌਰ ਦੀ ਹੀ, ਕਿ ਇਹ ਜਿਹੜਾ ਰਾਜ ਹੈ ਨਾ, ਇਹ ਸ਼ਸਤਰਾਂ ਦੇ ਅਧੀਨ ਹੈਗਾ ਜੀ, ਸ਼ਸਤਰਾਂ ਦੇ ਅਧੀਨ ਹੈਗਾ ਜੀ। ਹਾਂਜੀ, ਜੋ ਨਾ ਧਰ ਹੈ ਤਿਸ ਬਿਗਰਹਿ ਕਾਜ। ਜਿਹੜਾ ਸ਼ਸਤਰ ਨਾ ਧਾਰਨ ਕਰੇ, ਮਹਾਰਾਜ ਕਹਿੰਦੇ ਉਹਦਾ ਕੰਮ ਵਿਗੜ ਜਾਂਦਾ ਜੀ, ਉਹਦਾ ਕੰਮ ਵਿਗੜ ਜਾਂਦਾ। ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰਹਿ ਤਿਸ ਬਿਗਰਹਿ ਕਾਜ। ਹੁਣ ਬੰਦਾ ਸ਼ਸਤਰ ਛੱਡ ਕੇ ਬਹਿ ਗਿਆ ਘਰ ਵਾਲੇ, ਘਰ ਪਰਿਵਾਰ ਦੇ ਵਿੱਚ, ਤੇ ਦੂਜੇ ਰਾਜੇ ਨੇ ਤੇ ਸ਼ਸਤਰ ਚਲਾਉਣੇ ਹੀ ਹੈ ਨਾ ਜੀ। ਕਹਿੰਦੇ ਸੀ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਸ਼ਸਤਰ ਅਸ਼ਾਂਤੀ ਫੈਲਾਉਂਦੇ ਆ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਪਵਾ ਕੇ ਅਸ਼ਾਂਤੀ ਫੈਲਾਈ ਹੈ। ਤੇ ਗੁਰਸਿੱਖਾਂ ਨੇ ਫਿਰ ਜਵਾਬ ਦਿੱਤਾ ਸੀ, ਸ਼ਸਤਰ ਅਸ਼ਾਂਤੀ ਨਹੀਂ, ਸ਼ਸਤਰ ਸ਼ਾਂਤੀ ਫੈਲਾਉਂਦੇ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਆ ਜਿਹੜਾ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਤੋਪਾਂ ਜੂੜੀਆਂ ਚੁੱਕ ਦਿਓ ਸਾਰੀਆਂ, ਫਿਰ ਪਤਾ ਲੱਗੇਗਾ ਵੀ ਸ਼ਸਤਰਾਂ ਦਾ ਕੀ ਰੋਲ ਹੈਗਾ ਜੀ। ਅਗਲਿਆਂ ਆ ਕੇ ਹਮਲਾ ਕਰ ਦੇਣਾ ਜੀ। ਹੁਣ ਉਹ ਸ਼ਸਤਰਧਾਰੀ ਖਲੋਤੇ ਆ ਉੱਥੇ, ਬੰਦੂਕਾਂ ਵਾਲੇ ਖਲੋਤੇ ਆ ਉੱਥੇ, ਤੋਪਾਂ ਨੇ। ਘੱਟੋ ਘੱਟ ਇਹ ਵੇਖ ਕੇ ਹੀ ਸ਼ਾਂਤੀ ਬਣੀ। ਸ਼ਾਂਤੀ ਤਾਂ ਹੈਗੀ ਹੈ ਨਾ, ਉਹ ਆਪਣਾ ਕੰਮ ਕਰ ਰਹੇ, ਉਹ ਆਪਣਾ ਕੰਮ ਕਰ ਰਹੇ। ਕਿਉਂ? ਬੰਦੇ ਦਾ ਮਨ ਦਾ ਨਹੀਂ ਪਤਾ ਕਿ ਬੰਦਾ ਕਿਹੜੇ ਵੇਲੇ ਵਿਗੜ ਜੇਗਾ। ਵੇਖੋ, ਇਹ ਬਚਨ ਬੜਾ ਡੂੰਘਾ ਗੁਰਮੁਖੋ, ਇਸ ਗੱਲ ਨੂੰ ਸਮਝਿਓ। ਮਨ ਸਦਾ ਬੰਦੇ ਦਾ ਸ਼ਾਂਤੀ 'ਚ ਨਹੀਂ ਰਹਿ ਸਕਦਾ। ਜੇ ਸਾਡਾ ਮਨ ਸ਼ਾਂਤੀ ਵਿੱਚ ਹੈ ਤੇ ਸਾਹਮਣੇ ਦੇਸ਼ ਦਾ ਮਨ ਪਤਾ ਵੀ ਸ਼ਾਂਤੀ ਵਿੱਚ ਹੈਗਾ ਕਿ ਨਹੀਂ। ਉਹਨੇ ਕਹਿਣਾ ਇਹਨਾਂ ਦਾ ਮਨ ਸ਼ਾਂਤ ਨਹੀਂ ਹੈਗਾ, ਇਹਨਾਂ ਦਾ ਮਨ ਸ਼ਾਂਤ ਹੈ, ਚਲੋ ਹਮਲਾ ਕਰੋ ਤੇ ਸਾਰਾ ਕੁਝ ਹੀ ਆਪਣੇ ਅਧੀਨ ਕਰ ਲਈਏ। ਤਾਂ ਫਿਰ ਕੀ ਹੈ? ਫਿਰ ਸਾਧ ਸੰਗਤ ਜੀ,
ਕਲੇਸ਼ ਹੀ ਹੈ। ਸਾਹਮਣੇ ਨੂੰ ਵੀ ਪਤਾ ਹੈ ਵੀ ਇਹਨਾਂ ਨੇ ਸ਼ਸਤਰ ਫੜੇ ਹੈ, ਰਾਜ ਭਾਗ ਬਚਿਆ ਰਹੇਗਾ, ਅਗਲਾ ਹਮਲਾ ਕਰਨ ਤੋਂ ਡਰੇਗਾ। ਅੱਜ ਸੰਸਾਰ ਦੀ ਸਭ ਤੋਂ ਵੱਡੀ ਜਿਹੜੀ ਸ਼ਕਤੀ ਹੈ ਨਾ ਬਾਹਰੀ ਤੌਰ ਤੇ, ਅਮਰੀਕਾ ਬਣਿਆ ਜੀ। ਕਿਉਂ ਜੀ? ਕਿਉਂਕਿ ਉਹਦੇ ਕੋਲ ਸ਼ਸਤਰ ਵੱਧ ਨੇ। ਆਖੋ ਵਾਹਿਗੁਰੂ। ਆਈਟਮ ਉਹਦੇ ਕੋਲ ਹੈ ਜੀ, ਸ਼ਸਤਰ ਹੈ। ਇਸ ਕਰਕੇ ਗੁਰਮੁਖੋ ਉਹ ਸਭ ਤੋਂ ਵੱਡੀ ਸ਼ਕਤੀ ਬਣਿਆ। ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਕਹਿੰਦੇ ਐ, ਸ਼ਸਤਰਨ ਕੇ ਅਧੀਨ ਹੈ ਰਾਜ। ਸ਼ਸਤਰਾਂ ਦੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਜਿਹੜਾ ਇਹ ਸ਼ਸਤਰ ਨਾ ਰੱਖੇ ਉਹਦੇ ਕੰਮ ਵਿਗੜਨਗੇ। ਜੇ ਵਿਸ਼ਵ ਵਿੱਚ ਸ਼ਾਂਤੀ ਹੋਏਗੀ ਨਾ, ਜਾਂ ਤਾਂ ਗੁਰੂ ਕਿਰਪਾ ਕਰਦੇ ਸਾਰੀ ਦੁਨੀਆ ਹੀ ਨਾਮ ਜਪੇ ਜੀ, ਵੈਰ ਵਿਰੋਧ ਨਾ ਰਹੇ ਜੀ। ਹੁਣ ਸਾਰੀ ਦੁਨੀਆ ਦਾ ਨਾਮ ਜਪਣਾ ਬੜਾ ਔਖਾ ਹੈ, ਤਾਂ ਫਿਰ ਇੱਕੋ ਹੀ ਕੰਮ ਹੋ ਸਕਦਾ ਹੈ ਵੀ ਆਪੋ ਆਪਣੀ ਤਿਆਰੀ ਵਿੱਚ ਬੰਦਾ ਰਵੇ। ਇਸ ਗੱਲ ਦਾ ਹੀ ਭੈ ਹੁੰਦਾ ਵੀ ਅਗਲੇ ਦੀ ਪੂਰੀ ਤਿਆਰੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਇਸ ਕਰਕੇ ਮਹਾਰਾਜ ਗੁਰਸਿੱਖਾਂ ਨੂੰ ਸੰਗਤ ਵਿੱਚ ਬੈਠਿਆਂ ਬਚਨ ਕਰ ਰਹੇ ਹੈ ਵੀ ਜਿਹੜਾ ਸ਼ਸਤਰ ਨਹੀਂ ਨਾ ਧਾਰਨ ਕਰਦਾ, ਉਹਦਾ ਕੰਮ ਫਿਰ ਵਿਗੜ ਜਾਂਦਾ ਹੈ। ਜਾਂ ਤੇ ਸਰਬ ਖਾਲਸਾ ਸੁਣੀਐ ਹੈ। ਇਸ ਕਰਕੇ ਖਾਲਸਾ ਜੀ ਸਾਡਾ ਬਚਨ ਸੁਣੋ। ਆਯੁਧ ਧਰਬੇ ਉੱਤਮ ਗਨੀਐ ਹੈ। ਸ਼ਸਤਰ ਧਾਰਨ ਕਰਨਾ ਉੱਤਮ ਹੈਗਾ ਜੀ, ਇਹ ਬਹੁਤ ਉੱਤਮ ਹੈ। ਜਬ ਹਮਾਰੇ ਦਰਸ਼ਨ ਕੋ ਆਵੋ, ਫਿਰ ਪੜ ਦਿਓ। ਜਬ ਹਮਰੇ ਦਰਸ਼ਨ ਕੋ ਆਵੋ। ਹਜੂਰ ਗਰੀਬ ਨਵਾਜ ਸਤਿਗੁਰੂ ਜੀ ਨੇ ਬਚਨ ਕੀਤਾ, ਗੁਰਸਿੱਖੋ ਜਦੋਂ ਤੁਸੀਂ ਸਾਡੇ ਦਰਸ਼ਨ ਕਰਨ ਵਾਸਤੇ ਆਉਣਾ ਹੈ, ਬੜੀ ਬੜੀ ਦੂਰੋਂ ਸੰਗਤਾਂ ਆਉਂਦੀਆਂ ਸੀਗੀਆਂ, ਜਦੋਂ ਤੁਸੀਂ ਦਰਸ਼ਨ ਕਰਨ ਆਉਣਾ ਹੈ, ਬਨ ਸੁਚੇਤ ਤਨ ਸ਼ਸਤਰ ਸਜਾਵੋ। ਤੇ ਸਤਿਗੁਰੂ ਜੀ ਕਹਿੰਦੇ ਸੁਚੇਤ ਹੋ ਕੇ ਆਉਣਾ, ਸ਼ਸਤਰ ਸਜਾ ਕੇ ਆਉਣੇ ਆਪਣੇ ਸਰੀਰ ਉੱਤੇ, ਖਾਲੀ ਹੱਥ ਨਹੀਂ ਆਉਣਾ। ਕਮਰ ਕੱਸਾ ਕਰ ਦੇਹੋ ਦਿਖਾਈ। ਔਰ ਅਗਲੀ ਗੱਲ ਮਹਾਰਾਜ ਨੇ ਫਿਰ ਹੋਰ ਕਹੀ, ਸਤਿਗੁਰੂ ਜੀ ਕਹਿੰਦੇ ਕਮਰ ਕੱਸਾ ਵੀ ਕਰਨਾ ਹੈ। ਹਾਂਜੀ, ਹਮਰੀ ਖੁਸ਼ੀ ਹੋਏ ਅਧਿਕਾਈ। ਜਿਹੜਾ ਸ਼ਸਤਰ ਸਜਾਏਗਾ, ਸੁਚੇਤ ਹੋਏਗਾ, ਕਮਰ ਕੱਸਾ ਭਾਵ ਤਿਆਰ ਬਰ ਤਿਆਰ ਹੋ ਕੇ ਸਾਡੇ ਕੋਲ ਆਵੇਗਾ, ਉਹਦੇ ਉੱਤੇ ਸਾਡੀਆਂ ਬੜੀਆਂ ਖੁਸ਼ੀਆਂ ਹੋਣਗੀਆਂ। ਆਖੋ ਵਾਹਿਗੁਰੂ। ਗੁਰਮੁਖੋ ਨਿਹੰਗ ਸਿੰਘ ਇਸ ਬਾਣੇ ਵਿੱਚ ਪੂਰੇ ਨੇ ਜੀ। ਉਹ ਕਮਰ ਕੱਸਾ ਵੀ ਕਰਦੇ ਆ, ਜਾਂ ਇਹ ਮਰਜ਼ਾਦਾ ਹਜੂਰ ਸਾਹਿਬ ਦੀ ਧਰਤੀ ਤੇ ਪੂਰੀ ਹੈਗੀ ਆ ਜੀ। ਉੱਥੋਂ ਦੇ ਸਿੰਘ ਜਿਹੜੇ ਆ ਉਹ ਵੀ ਕਮਰ ਕੱਸਾ ਕਰਕੇ ਰੱਖਦੇ ਆ ਜੀ। ਹਾਂਜੀ, ਸ਼ਸਤਰ ਕੇਸ ਬਿਨ ਪਾਓ ਲਖੋ ਨਰ। ਆ ਸ਼ਸਤਰਾਂ ਤੋਂ ਤੇ ਕੇਸਾਂ ਤੋਂ ਬਗੈਰ ਬੰਦਾ ਪਾਈਆ ਹੀ ਹੈਗਾ, ਬਸ ਪਾਈਆ। ਆਖੋ ਵਾਹਿਗੁਰੂ ਵਾਹਿਗੁਰੂ। ਕੀ ਹੈਗਾ ਜੀ? ਪਾਈਆ 250 ਗ੍ਰਾਮ ਹੈ, ਪੂਰਾ ਨਹੀਂ ਹੈਗਾ। ਪੂਰਾ ਛੱਡੋ, ਅੱਧਾ ਵੀ ਨਹੀਂ ਹੈਗਾ। ਜਿਹਦੇ ਸਿਰ ਤੇ ਕੇਸ ਨਹੀਂ ਹੈਗੇ, ਜਿਹਦੇ ਗਾਤਰੇ ਤਲਵਾਰ ਨਹੀਂ ਹੈਗੀ, ਮਹਾਰਾਜ ਕਹਿੰਦੇ ਉਹ ਅੱਧਾ ਛੱਡੋ, ਅੱਧਾ ਵੀ ਨਹੀਂ ਹੈਗਾ, ਪਾਈਆ ਹੈਗਾ ਕਹਿਣ ਲੱਗੇ। ਹਾਂਜੀ, ਕੇਸ ਧਰੇ ਤਬ ਆਧੋ ਲਖ ਉਰ। ਤੇ ਜੇ ਕੇਸ ਰੱਖ ਲਏ, ਮਹਾਰਾਜ ਕਹਿੰਦੇ ਕੇਸ ਰੱਖ ਲਏ ਸੀਸ ਤੇ, ਫਿਰ ਸਮਝੋ ਅੱਧਾ ਹੋ ਗਿਆ ਜੀ, ਬੰਦਾ ਅੱਧਾ ਹੋ ਗਿਆ, ਕੇਸ ਰੱਖ ਲਏ ਉਹਨੇ। ਹਾਂਜੀ, ਕੇਸ ਸ਼ਸਤਰ ਜਬ ਦੋਨੋਂ ਧਾਰੇ। ਤੇ ਜਦੋਂ ਕੇਸਾਂ ਦੇ ਨਾਲ ਸ਼ਸਤਰ ਵੀ ਧਾਰਨ ਕਰ ਲਏ, ਪਹਿਲਾਂ ਤਾਂ ਕੇਸ ਨਹੀਂ ਸੀ, ਸ਼ਸਤਰ ਨਹੀਂ ਸੀ, ਬੰਦਾ ਬਿਲਕੁਲ ਪਾਈਆ ਸੀਗਾ, ਅੱਧਾ ਹੋ ਗਿਆ ਜਦੋਂ ਨਾਲ ਕੇਸ ਰੱਖ ਲਏ।
ਤੇ ਜੇ ਨਾਲ ਸ਼ਸਤਰ ਵੀ ਰੱਖ ਲਏ, ਤਬ ਨਰ ਰੂਪ ਹੋਤ ਹੈ ਸਾਰੇ। ਮਹਾਰਾਜ ਕਹਿੰਦੇ ਫਿਰ ਸਮਝੋ ਉਹ ਮਨੁੱਖ ਪੂਰਾ ਹੋ ਗਿਆ। ਬਾਹਰੀ ਤੌਰ ਤੇ, ਅੰਦਰੋਂ ਤਾਂ ਨਾਮ ਨਾਲ ਪੂਰਾ ਹੋਣਾ ਜੀ। ਬਾਹਰੀ ਤੌਰ ਤੇ ਉਹ ਪੂਰਾ ਹੋ ਗਿਆ, ਤਿਆਰ ਬਰ ਤਿਆਰ ਖਾਲਸਾ ਹੋ ਗਿਆ ਜੀ। ਇਹਦਾ ਮਤਲਬ ਇਹ ਹੈ ਵੀ 50% ਨੰਬਰ ਤੇ ਸ਼ਸਤਰਾਂ ਦੇ ਹੈਗੇ ਆ। ਹਾਂਜੀ, ਤੇ ਕੇਸ ਹੈਗੇ ਆ ਕੋਲ 50% ਹੈ। 50% ਉਰੋਂ ਬਣਨਾ ਜਦੋਂ ਉਹਨੇ ਸ਼ਸਤਰ ਵੀ ਧਾਰਨ ਕਰਨੇ ਆ। ਇਸੇ ਕਰਕੇ ਨਿਹੰਗ ਸਿੰਘਾਂ ਦੇ ਵਿੱਚ ਜਦੋਂ ਪੁੱਛੀਏ ਨਾ ਇੱਕ ਦੂਜੇ ਨੂੰ ਹਾਲ ਚਾਲ, ਉਹ ਫਿਰ ਕਹਿੰਦੇ ਤਿਆਰ ਬਰ ਤਿਆਰ ਹੋ, ਤੇ ਫਿਰ ਉਹ ਵੀ ਕਹਿੰਦੇ ਜੀ ਤਿਆਰ ਬਰ ਤਿਆਰ ਫੌਜਾਂ। ਉਹ 100 ਨੰਬਰ ਨੇ ਪੂਰੇ। ਮਹਾਰਾਜ ਕਹਿੰਦੇ ਕੇਸ ਸ਼ਸਤਰ ਜਦੋਂ ਪੂਰੇ ਸੱਜ ਜਾਣ, ਫਿਰ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਪੂਰਾ ਹੈਗਾ, ਪੂਰਾ ਸੰਪੂਰਨ ਹੈਗਾ। ਬਾਹਰੀ ਰੂਪ ਉਹਦਾ ਕਿੱਡੀ ਵੱਡੀ ਵਡਿਆਈ ਦਿੱਤੀ ਜੀ। ਬਿਨਾ ਕੇਸ ਸ਼ਸਤਰੰ ਨਰਨ ਭੇਡ ਜਾਨੋ। ਹਾਂਜੀ, ਅਸ ਉਪਦੇਸ਼ ਗੁਰੂ ਤੇ ਸੁਨ ਕਰ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਇਹ ਉਪਦੇਸ਼ ਆਪਣੇ ਖਾਲਸੇ ਨੂੰ ਦਿੱਤਾ। ਹੁਣ ਤੁਸੀਂ ਸੋਚਣਾ, ਜੇ ਸੀਸ ਤੇ ਕੇਸ ਨਹੀਂ ਹੈਗੇ ਫਿਰ ਬੰਦਾ ਪਾਈਆ ਹੀ ਹੈਗਾ ਜੀ ਅਜੇ ਜੀ। ਜੇ ਕੇਸ ਨੇ ਸ਼ਸਤਰ ਨਹੀਂ ਹੈਗੇ ਫਿਰ ਅੱਧਾ ਹੈਗਾ ਜੀ। ਤੇ ਜਦੋਂ ਸ਼ਸਤਰ ਵੀ ਆ ਗਏ, ਰਹਿਤ ਬਹਿਤ ਵੀ ਆ ਗਈ, ਫਿਰ ਉਹ ਪੂਰਾ ਹੋ ਗਿਆ ਜੀ। ਹਾਂਜੀ, ਦਰਸ਼ਨ ਪਰਸਤ ਆਯੁਧ ਧਰ ਧਰ। ਸੋ ਮਹਾਰਾਜ ਨੇ ਉਪਦੇਸ਼ ਦਿੱਤਾ ਤੇ ਗੁਰਸਿੱਖਾਂ ਨੇ ਉਪਦੇਸ਼ ਧਾਰਨ ਕੀਤਾ। ਦਰਸ਼ਨ ਕਰਦੇ ਤੇ ਫਿਰ ਨਾਲ ਸ਼ਸਤਰ ਵੀ ਖਰੀਦਦੇ ਆ। ਆਨੰਦਪੁਰ ਸਾਹਿਬ ਮਹਾਰਾਜ ਨੇ ਇੱਕ ਕਿਲਾ ਬਣਾਇਆ ਸੀ, ਕਿਲਾ ਲੋਹਗੜ੍ਹ। ਉਸ ਕਿਲੇ ਦੀ ਵਿਸ਼ੇਸ਼ਤਾ ਸੀ ਗੁਰਮੁਖੋ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਸ਼ਸਤਰ ਬਣਵਾਉਂਦੇ ਸੀਗੇ, ਸ਼ਸਤਰ ਦੀ। ਸੋ ਗੁਰਸਿੱਖ ਸ਼ਸਤਰ ਵੀ ਖਰੀਦਦੇ ਹਨ। ਸਿੰਘ ਰੂਪ ਸ਼ਸਤਰਨ ਜੁਤ ਹੇਰੈ। ਹਾਂ, ਸਿੰਘ ਤਾਂ ਮਹਾਰਾਜ ਭਾਈ ਸੰਤੋਖ ਸਿੰਘ ਕਹਿੰਦੇ ਸਿੰਘ ਤਾਂ ਉਦੋਂ ਹੀ ਪੂਰਾ ਹੋਇਆ ਜਦੋਂ ਉਹਨੇ ਬਾਣਾ ਵੀ ਪਾਇਆ ਤੇ ਸ਼ਸਤਰ ਵੀ ਧਾਰਨ ਕੀਤੇ ਜੀ। ਹਾਂਜੀ, ਹੋਤ ਗੁਰੂ ਕੀ ਖੁਸ਼ੀ ਬਡੇਰਾ। ਭਾਈ ਫਿਰ ਗੁਰੂ ਸਾਹਿਬ ਦੀ ਵੱਡੀ ਖੁਸ਼ੀ ਹੁੰਦੀ ਹੈ, ਬਾਜਾਂ ਵਾਲੇ ਸਤਿਗੁਰਾਂ ਦੀ ਵੱਡੀ ਖੁਸ਼ੀ ਹੁੰਦੀ ਹੈ। ਸਾਡੇ ਨਾਲ ਇੱਕ ਨਿਹੰਗ ਸਿੰਘ ਗੁਰਮੁਖ ਪਿਆਰਾ, ਉਹ ਹਜੂਰ ਸਾਹਿਬ ਗਿਆ ਨਾਲ ਸਾਡੇ, ਤੇ ਉਹਨੇ ਵੱਡੀ ਤਲਵਾਰ ਲੈਣੀ ਸੀ 3 ਫੁੱਟੀ ਦੀ। ਚਲੋ ਦਾਸ ਕੋਲ ਤਾਂ ਸੀਗੀ। ਉਹ ਕਹਿੰਦਾ ਵੀ ਗਿਆਨੀ ਜੀ ਮੈਂ ਉਹਨਾਂ ਚਿਰ ਤੱਕ ਤਖਤ ਸਾਹਿਬ ਨਹੀਂ ਜਾਣਾ ਜਿੰਨਾ ਚਿਰ ਤੱਕ ਵੱਡੀ ਤਲਵਾਰ ਮੇਰੇ ਹੱਥ 'ਚ ਨਹੀਂ ਹੋਏਗੀ। ਕਹਿੰਦਾ ਮਹਾਰਾਜ ਨੇ ਕਿਹਾ ਵੀ ਤਿਆਰ ਬਰ ਤਿਆਰ ਹੋ ਕੇ ਦਰਸ਼ਨ ਕਰਨ ਵਾਸਤੇ ਆਉਣਾ। ਹੁਣ ਗੱਲ ਤਾਂ ਉਹਦੀ ਸੱਚੀ ਹੈ। ਇੱਥੋਂ ਤੱਕ ਉੱਥੇ ਅੰਮ੍ਰਿਤ ਵੀ ਆ ਛੋਟੀ 9 ਇੰਚ ਦੀ ਤਲਵਾਰ ਨਾਲ ਨਹੀਂ ਛਕਾਉਂਦੇ, 3 ਫੁੱਟੀ ਤਲਵਾਰ ਨਾਲ ਛਕਾਉਂਦੇ ਆ ਜੀ। ਸੋ ਮਹਾਰਾਜ ਗਰੀਬ ਨਵਾਜ਼ ਸਤਿਗੁਰੂ ਜੀ ਦੀ ਬਹੁਤੀ ਖੁਸ਼ੀ ਹੁੰਦੀ। ਕਮਰ ਕਸੇ ਬਿਨ ਜੋ ਸਿੱਖ ਜਾਏ। ਹਾਂਜੀ, ਤਿਸ ਪਰ ਰੁਖ ਨ ਕਰੈ ਕਦਾਏ। ਜਿਹੜਾ ਕਮਰ ਕੱਸਾ ਸਜਾ ਕੇ ਨਹੀਂ ਸੀ ਜਾਂਦਾ, ਸੱਚੇ ਪਾਤਸ਼ਾਹ ਉਹਦੇ ਵੱਲ ਧਿਆਨ ਹੀ ਨਹੀਂ ਸੀ ਦਿੰਦੇ ਹੁੰਦੇ ਜੀ। ਵੀ ਕਮਰ ਕੱਸੇ, ਕਮਰ ਕੱਸਾ ਇੱਕ ਤਿਆਰ ਬਰ ਤਿਆਰ ਹੋਣ ਦਾ ਭਾਵ ਹੈ, ਵੀ ਤਿਆਰ ਬਰ ਤਿਆਰ ਹੈ ਬੰਦਾ ਜੀ। ਹਾਂਜੀ, ਇੱਕ ਦਿਨ ਲਾਗੋ ਹੁਤੋ ਦੀਵਾਨ। ਇੱਕ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਦੀਵਾਨ ਸੱਜਿਆ ਸੀ। ਬੈਠੇ ਗੁਰੂ ਸੁਹਾਏ ਮਹਾਨ। ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ। ਸਤਿਗੁਰੂ ਜੀ ਦੇ ਬਹੁਤ ਸੋਹਣੇ ਮਹਾਨ ਦਰਸ਼ਨ ਸੰਗਤਾਂ ਕਰ ਰਹੀਆਂ ਹਨ। ਦੌੜ ਸਿੱਖ ਇੱਕ ਚੱਲ ਕਰ ਆਇਓ। ਇੱਕ ਸਿੱਖ ਦੌੜ ਕੇ ਹੀ ਗੁਰੂ ਜੀ ਦੇ ਕੋਲ ਆਇਆ ਜੀ। ਬੜੀ ਛੇਤੀ ਭੱਜਦਾ ਸਿੱਖ ਜਿਹੜਾ ਉਹ ਸਤਿਗੁਰੂ ਜੀ ਦੇ ਕੋਲ ਆਇਆ। ਲੂਟੀ ਸੰਗਤ ਜੰਗ ਬਤਾਇਓ। ਉਹਨੇ ਆ ਕੇ ਦੱਸਿਆ, ਸੱਚੇ ਪਾਤਸ਼ਾਹ
ਸੰਗਤਾਂ ਰਸਤੇ ਵਿੱਚ ਆ ਰਹੀਆਂ ਸੀ, ਸੰਗਤਾਂ ਬਹੁਤੀਆਂ ਜਿਹੜੀਆਂ ਨੇ ਉਹ ਲੁੱਟੀਆਂ ਗਈਆਂ ਨੇ, ਲੁੱਟੀਆਂ ਗਈਆਂ ਨੇ। ਭਾਵ ਰਸਤੇ 'ਚੋਂ ਸਮਾਨ ਖੋਹ ਲਿਆ ਉਹਨਾਂ ਕੋਲੋਂ। ਮਹਾਰਾਜ ਜੰਗ ਵੀ ਹੋਇਆ ਚ ਰਸਤੇ ਵਿੱਚ। ਹਾਂਜੀ, ਮਹਾਰਾਜ ਰਾਵਰ ਕੇ ਨੇਰੇ। ਸੱਚੇ ਪਾਤਸ਼ਾਹ ਮਹਾਰਾਜ ਪੁੱਛਦੇ ਵੀ ਕਿੱਥੋਂ ਕਦੀ ਗੱਲ ਹੈ, ਕਿਸ ਨਗਰ ਦੀ ਇਹ ਗੱਲ ਹੈ। ਸਿੱਖ ਕਹਿੰਦਾ ਮਹਾਰਾਜ ਇੱਥੇ ਆਨੰਦਪੁਰ ਸਾਹਿਬ ਦੇ ਲਾਗੇ ਹੀ ਨਾਮ ਗ੍ਰਾਮ ਕੋ ਨੋਹ ਕਹਿਨੇ ਹੇਰੇ। ਇੱਥੇ ਇੱਕ ਪਿੰਡ ਹੈ, ਉਸ ਪਿੰਡ ਦਾ ਨਾਮ ਹੈ ਨੋਹ। ਨੌ ਪਿੰਡ ਹੈ ਮਹਾਰਾਜ ਉਹ। ਹਾਂਜੀ, ਤਹ ਸੰਗਤ ਕੁਛ ਉਤਰੀ ਆਏ। ਸ਼ਾਮ ਦਾ ਸਮਾਂ ਜਾਣ ਕੇ ਉੱਥੇ ਸੰਗਤ ਦਾ ਉਤਾਰਾ ਹੋਇਆ ਸੀ ਮਹਾਰਾਜ। ਹਾਂਜੀ, ਮੰਦਮਤੀ ਨਰ ਹੋਇ ਸਮੁਦਾਏ। ਪਰ ਪਤਾ ਨਹੀਂ ਕਿੱਥੋਂ ਮਾੜੀ ਮੱਤ ਵਾਲੇ ਲੋਕ ਇਕੱਠੇ ਹੋ ਕੇ ਉੱਥੇ ਆ ਗਏ। ਲੂਟਨ ਹੇਤ ਆਨ ਸੋ ਪਰੇ। ਤੇ ਮਹਾਰਾਜ ਉਹ ਲੁੱਟਣ ਵਾਸਤੇ, ਉਹ ਲੋਕਾਂ ਦੀ ਟੋਲੀ ਸੰਗਤ ਨੂੰ ਲੁੱਟਣ ਵਾਸਤੇ ਆ ਗਈ। ਸੱਚੇ ਪਾਤਸ਼ਾਹ ਜਿਨਹੁ ਸ਼ਸਤਰ ਤਿਨ ਕੇ ਸੰਗ ਕਰੇ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਬਹੁਤ ਸਾਰਿਆਂ ਨੂੰ ਤਾਂ ਲੁੱਟ ਲਿਆ, ਜਿਨ੍ਹਾਂ ਕੋਲ ਸ਼ਸਤਰ ਸੀ ਉਹਨਾਂ ਦਾ ਬਚਾਅ ਹੋ ਗਿਆ, ਕਿਉਂ ਉਹਨਾਂ ਨੇ ਜੰਗ ਕੀਤੀ ਉਹਨਾਂ ਨਾਲ, ਉਹਨਾਂ ਦਾ ਮੁਕਾਬਲਾ ਕੀਤਾ। ਹਾਂਜੀ, ਜੋ ਸੋ ਬਚ ਰਹੇ ਵੀਰ ਬਰ ਹੋਇ ਕੈ। ਬਸ ਉਹੋ ਹੀ ਬਚੇ ਨੇ ਮਹਾਰਾਜ ਜਿਨ੍ਹਾਂ ਕੋਲ ਸ਼ਸਤਰ ਸੀਗੇ। ਬਾਕੀ ਸਭ ਸਤਿਗੁਰੂ ਜੀ ਲੁੱਟੇ ਪੁੱਟੇ ਗਏ ਹਨ। ਅਪਰ ਗਰੀਬ ਲੁੱਟੇ ਥਿਰ ਹੋਇ ਕੈ। ਬਾਕੀ ਤੇ ਸਭ ਗਰੀਬ ਮਹਾਰਾਜ ਲੁੱਟੇ ਗਏ। ਆ ਗੁਰਮੁਖੋ ਪਿੱਛੇ ਜੇ ਹਰਿਆਣੇ ਦੀ ਖਬਰ ਹੈ, ਬਹੁਤ ਮਾੜਾ ਉੱਥੋਂ ਦੇ ਰਾਹ ਦੇ ਬਟਵਾਰਿਆਂ ਦੇ ਲੁਟੇਰਿਆਂ ਨੇ ਇੱਕ ਬਾਹਰੋਂ ਆਏ ਪਰਿਵਾਰ ਨਾਲ ਕੀਤਾ ਜੀ। ਤੇ ਜੇ ਇਹੋ ਹੀ ਕੋਲ ਸ਼ਸਤਰ ਹੁੰਦੇ ਤੇ ਉਹਨਾਂ ਦੀ ਹਿੰਮਤ ਥੋੜੀ ਪੈਣੀ ਸੀਗੀ ਜੀ। ਕਿਰਪਾਨ ਤਾਂ ਅੱਗੇ ਡੈਸ਼ਬੋਰਡ ਤੇ ਪਈ ਬੜੀ ਹੈ ਸਾਧ ਸੰਗਤ ਜੀ। ਸ਼ਸਤਰ ਦਾ ਪ੍ਰਤਾਪ ਹੈ ਬੜਾ। ਉਹ ਕਹਿੰਦਾ ਸਿੱਖ ਭੱਜਾ ਭੱਜਾ ਆਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਜਿਨ੍ਹਾਂ ਕੋਲ ਸ਼ਸਤਰ ਸੀ ਉਹ ਬਚ ਗਏ, ਬਾਕੀ ਲੁੱਟੇ ਗਏ ਸਾਰੇ। ਹਾਂਜੀ, ਚੱਲੇ ਸਦਨ ਤੇ ਲਿਆਏ ਉਪਾਇਨ। ਮਹਾਰਾਜ ਬੜੀ ਦੂਰੋਂ ਆਈਆਂ ਸੀ ਸੰਗਤਾਂ, ਭੇਟਾਵਾਂ ਲੈ ਕੇ ਆਏ ਸਨ ਆਪ ਜੀ ਵਾਸਤੇ। ਭਾਈ ਨਾ ਅਰਪਨ ਸੋ ਗੁਰ ਪਾਇਨ। ਅਜੇ ਭੇਟਾਵਾਂ ਆਪ ਜੀ ਤੱਕ ਪਹੁੰਚੀਆਂ ਹੀ ਨਹੀਂ, ਪਹੁੰਚਣੀਆਂ ਸਨ। ਸੁਨ ਕਰ ਗੁਰ ਔਰ ਧਰ ਕਰ ਕ੍ਰੋਧਾ। ਪਰ ਮਹਾਰਾਜ ਉਹ ਧਾੜ ਵੀ ਭੇਟਾਵਾਂ ਖੋ ਕੇ ਲੈ ਗਏ, ਸੰਗਤਾਂ ਨੂੰ ਮਾਰਿਆ ਕੁੱਟਿਆ। ਮਹਾਰਾਜ ਸਤਿਗੁਰੂ ਜੀ ਨੇ ਜਦੋਂ ਇਹ ਗੱਲ ਸੁਣੀ, ਮਹਾਰਾਜ ਵੀਰ ਰਸ ਵਿੱਚ ਆਏ ਜੀ। ਹਾਂਜੀ, ਕਹਿਓ ਬਨਹੁ ਅਬ ਸਭ ਸਿੱਖ ਜੋਧਾ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਪਹਿਲਾਂ ਵਚਨ ਕੀਤਾ ਸੀ ਕਿ ਸਾਰੇ ਸਿੱਖ ਹੁਣ ਯੋਧੇ ਬਣ ਜਾਓ, ਸਾਵਧਾਨ ਹੋ ਜਾਓ, ਸ਼ਸਤਰ ਧਾਰਨ ਕਰ ਲਓ। ਮਹਾਰਾਜ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਵਚਨ ਕੀਤਾ ਤੁਹਾਨੂੰ ਭਾਈ। ਹਾਂਜੀ, ਹਿੰਦੂ ਤੁਰਕ ਆਂਖ ਤ੍ਰਿਣ ਪਰੇ। ਮਹਾਰਾਜ ਕਹਿਣ ਲੱਗੇ ਬਹੁਤ ਸਾਰੇ ਤੁਰਕਾਂ ਤੇ ਜਿਹੜੇ ਕੱਟੜ ਹਿੰਦੂ ਨੇ, ਉਹਨਾਂ ਦੀਆਂ ਅੱਖਾਂ ਵਿੱਚ ਖਾਲਸਾ ਤਿਣਕੇ ਵਾਂਗੂ ਰੜਕ ਰਿਹਾ, ਤਿਣਕੇ ਵਾਂਗੂ। ਅੱਖ 'ਚ ਤਿਣਕਾ ਪੈ ਜੇ ਸੰਗਤ ਜੀ, ਬੰਦੇ ਨੂੰ ਨਜ਼ਰ ਹੀ ਕੁਛ ਨਹੀਂ ਆਉਂਦਾ ਜੀ। ਉਹਨਾਂ ਦੀਆਂ ਅੱਖਾਂ ਵਿੱਚ ਖਾਲਸਾ ਮਹਾਰਾਜ ਕਹਿੰਦੇ ਤਿਣਕੇ ਵਾਂਗ ਹੈ। ਨਹਿ ਨਿਕਰਹਿ ਅਬ ਜੋ ਦੁਖ ਭਰੇ। ਪਰ ਹੁਣ ਇਹ ਤਿਣਕਾ ਨਿਕਲਣਾ ਨਹੀਂ ਕਹਿਣ ਲੱਗੇ, ਇਹ ਇੰਝ ਹੀ ਰਹਿਣਾ ਕਹਿਣ ਲੱਗੇ। ਕਿਉਂ ਖਾਲਸੇ ਨੇ ਤੇ ਵਧਣਾ ਮਹਾਰਾਜ ਕਹਿੰਦੇ। ਹਾਂਜੀ, ਇਹ ਬਦਲਾ ਹਮ ਤਿਨ ਸਨ ਲੈ ਹੈ। ਹਾਂਜੀ, ਮੂਡਨ ਕੋਸ ਜਾਏ ਦ੍ਰਿੜਦਾ ਹੈ। ਬਾਕੀ ਇਸ ਕੰਮ ਦੀ ਸਜ਼ਾ ਉਹਨਾਂ ਨੂੰ ਦਵਾਂਗੇ ਕਹਿਣ ਲੱਗੇ। ਜਿਨ੍ਹਾਂ ਨੇ ਸੰਗਤਾਂ ਨੂੰ ਲੁੱਟਿਆ, ਸੀਨਾ ਚੋਰੀ ਕੀਤੀ ਹੈ, ਉਹਨਾਂ ਨੂੰ ਸਜ਼ਾ ਤੇ ਦਵਾਂਗੇ ਅਸੀਂ। ਸੰਗਤ ਦੁਖੀ ਹੋਏ ਕਰ ਆਈ। ਉਧਰੋਂ ਉਹ ਸਾਰੀ ਸੰਗਤ ਦੁਖੀ, ਲੁੱਟੀ ਪੁੱਟੀ, ਬਹੁਤ ਸਾਰੇ ਪ੍ਰੇਮੀ ਦੁਖੀ ਹੋਏ।
9 ਪਿੰਡ ਤੋਂ ਚੱਲ ਕੇ ਤੇ ਆਨੰਦਪੁਰ ਸਾਹਿਬ ਆ ਗਏ ਜੀ, ਪਰ ਖਾਲੀ ਹੱਥ ਆਏ ਜੀ। ਸਭ ਕੁਝ ਰਸਤੇ ਵਿੱਚ ਲੁੱਟਿਆ ਗਿਆ ਜੀ। ਹਾਂਜੀ, ਦੇ ਧੀਰਜ ਗੁਰ ਨਿਕਟ ਟਿਕਾਈ। ਤੇ ਸਤਿਗੁਰੂ ਜੀ ਨੇ ਧੀਰਜ ਦਿੱਤਾ ਉਹਨਾਂ ਨੂੰ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਨੇ ਹੌਸਲਾ ਦਿੱਤਾ ਵੀ ਹੁਣ ਕੋਈ ਨਹੀਂ। ਹਾਂਜੀ, ਅਗਲੇ ਦਿਵਸ ਅਖੇਰ ਬਹਾਨੇ। ਅਸੀਂ ਸਾਰੀਆਂ ਭਿਟਾਵਾਂ ਵਾਪਸ ਲਵਾਂਗੇ ਕਹਿਣ ਲੱਗੇ। ਜੋ ਜੋ ਉਹਨਾਂ ਖੋਇਆ ਲਵਾਂਗੇ ਵਾਪਸ। ਅਗਲੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਿਕਾਰ ਦਾ ਬਹਾਨਾ ਬਣਾਇਆ ਜੀ। ਕਲਗੀਧਰ ਤਿਸ ਔਰ ਪਿਆਨੇ। ਤੇ ਸ਼ਿਕਾਰ ਖੇਡਣ ਦੇ ਬਹਾਨੇ ਕਲਗੀਧਰ ਮਹਾਰਾਜ ਘੋੜੇ ਤੇ ਚੜ੍ਹੇ, ਨਾਲ ਗੁਰਸਿੱਖ ਸੰਗਤਾਂ। ਮਹਾਰਾਜ ਸੱਚੇ ਪਾਤਸ਼ਾਹ 9 ਪਿੰਡ ਵੱਲ ਨੂੰ ਚੱਲ ਪਏ ਜੀ, ਜਿੱਥੇ ਉਹ ਧਾੜਵੀ ਰਹਿੰਦੇ ਸੀ ਨਾ ਜੀ। ਹਾਂਜੀ, ਬਜਤ ਅਗਰ ਰਣਜੀਤ ਨਗਾਰਾ। ਅੱਗੇ ਅੱਗੇ ਰਣਜੀਤ ਨਗਾਰਾ ਵੱਜ ਰਿਹਾ ਸੀ। ਕੰਪਤ ਸ਼ਤਰੂ ਸ਼ਬਦ ਸੁਨ ਭਾਰਾ। ਤੇ ਬਹੁਤ ਜਦੋਂ ਰਣਜੀਤ ਨਗਾਰਾ ਵੱਜਦਾ ਤੇ ਆਵਾਜ਼ ਆਉਂਦੀ ਜੀ, ਵੈਰੀ ਜਿਹੜੇ ਸੀ ਉਹਨਾਂ ਦੇ ਦਿਲ ਕੰਬਣ ਲੱਗ ਜਾਂਦੇ ਸਨ ਜੀ। ਕਿਤਕ ਚਮੂ ਤਬ ਗੁਰ ਕੇ ਸੰਗ। ਸਤਿਗੁਰਾਂ ਦੇ ਨਾਲ ਕੁਝ ਫੌਜਾਂ ਵੀ ਸਨ। ਮਹਾਰਾਜ ਦੇ ਨੇ ਫੌਜ ਵੀ ਲਈ ਹੈ। ਜਾਤ ਕੁਦਾਏ ਭਲਾਏ ਤੁਰੰਗ। ਤੇ ਸਤਿਗੁਰੂ ਜੀ ਘੋੜਾ ਭਜਾ ਕੇ ਨਾ ਤੇ 9 ਪਿੰਡ ਵਾਲੇ ਪਾਸੇ ਜਾ ਰਹੇ ਹਨ। ਜਬ 9 ਗ੍ਰਾਮ ਨਿਕਟ ਚੱਲ ਆਏ। ਚੱਲਦਿਆਂ ਕਰਦਿਆਂ ਸਾਧ ਸੰਗਤ ਜੀ ਸਤਿਗੁਰੂ ਜੀ ਸਮੇਤ ਫੌਜਾਂ ਦੇ 9 ਪਿੰਡ ਦੇ ਲਾਗੇ ਆ ਗਏ ਜੀ। ਹਾਂਜੀ, ਚਾਹੁੰ ਦਿਸ਼ ਮਹਿ ਫਿਰ ਸਭ ਪਿਖ ਲਏ। ਆਖੋ ਵਾਹਿਗੁਰੂ। ਚਾਰੇ ਪਾਸੇ ਮਹਾਰਾਜ ਨੇ ਘੋੜਾ ਫੇਰਿਆ ਤੇ ਸਭ ਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਸਮੇਤ ਇਸ ਪਿੰਡ ਵਿੱਚ ਆ ਗਏ ਹੈ। ਹਾਂਜੀ, ਹੁਕਮ ਖਾਲਸੇ ਕੋ ਗੁਰਦੀਨ। ਮਹਾਰਾਜ ਨੇ ਖਾਲਸੇ ਨੂੰ ਹੁਕਮ ਕੀਤਾ, ਕਿਉਂ ਹੁਣ ਖਾਲਸਾ ਸੱਜ ਗਿਆ ਨਾ। ਖਾਲਸੇ ਨੂੰ ਸਤਿਗੁਰਾਂ ਨੇ ਹੁਕਮ ਕੀਤਾ, ਹੱਤ ਦੁਸ਼ਮਨ ਹੱਤ ਦੁਸ਼ਟਨ ਲਿਹੋ ਵਸਤੂ ਸ਼ੀਨ। ਮਹਾਰਾਜ ਕਹਿਣ ਲੱਗੇ ਇਹਨਾਂ ਦੁਸ਼ਟਾਂ ਦਾ ਨਾਸ ਕਰ ਦਿਓ। ਸੰਗਤਾਂ ਜਿਹੜੀਆਂ ਵਸਤੂਆਂ ਲੈ ਕੇ ਆਈਆਂ ਹੈ ਨਾ, ਉਹ ਸਭ ਵਸਤੂਆਂ ਇਹਨਾਂ ਤੋਂ ਖੋਹ ਲਵੋ। ਗੁੱਜਰ ਰੰਗੜ ਜੇ ਮਦ ਭਰੇ। ਉਹ ਕੌਣ ਸੀਗੇ ਉਸ ਪਿੰਡ ਦੇ ਲੋਕ? ਬਹੁਤ ਸਾਰੇ ਗੁੱਜਰ ਤੇ ਬਹੁਤ ਸਾਰੇ ਰੰਗੜ। ਇਹ ਆਏ ਗਏ ਸਿੱਖਾਂ ਨੂੰ ਪਰੇਸ਼ਾਨ ਕਰਦੇ ਹੁੰਦੇ ਸੀਗੇ ਸਾਧ ਸੰਗਤ ਜੀ। ਗੁੱਜਰ ਤੇ ਰੰਗੜ ਉਹ ਸਨ। ਚੜੇ ਸਿੰਘ ਸਭ ਦੇਖਣ ਕਰੇ। ਉਹਨਾਂ ਗੁੱਜਰਾਂ ਤੇ ਰੰਗੜਾਂ ਨੇ ਵੇਖਿਆ ਵੀ ਸਿੰਘ ਚੜ ਗਏ ਆ। ਹਾਂਜੀ, ਗਹਿ ਗਹਿ ਸ਼ਸਤਰ ਸਦਨ ਦਰ ਠਾਂਡੇ। ਉਹਨਾਂ ਕੋਲ ਵੀ ਹਥਿਆਰ ਸੀਗੇ। ਉਹਨਾਂ ਨੇ ਵੀ ਹਥਿਆਰ ਆਪਣੇ ਕੱਢ ਲਏ ਤੇ ਖਲੋ ਗਏ। ਲਰਬੇ ਕਾਰਨ ਹੋਇ ਕਰ ਗਾਡੇ। ਉਹ ਵੀ ਲੜਾਈ ਨੂੰ ਤਿਆਰ ਹੋ ਗਏ। ਤੇ ਮਹਾਰਾਜ ਨੇ ਇਸ ਪਿੰਡ ਨੂੰ ਰਹਿਣ ਨਹੀਂ ਸੀ ਦੇਣਾ ਜੀ। ਇੱਥੇ ਦੁਸ਼ਟ ਨੇ ਰਹਿੰਦੇ ਸਾਰੇ ਜੀ। ਹਾਂਜੀ, ਕੋ ਲਾਗੀ ਛੁਟਨ ਤੁਫੰਗਾ। ਮਹਾਰਾਜ ਦੇ ਖਾਲਸੇ ਨੇ ਤੇ ਅਜੇ ਫਾਇਰ ਨਹੀਂ ਸੀ ਕੱਢਿਆ। ਰੰਗੜਾਂ ਨੇ ਪਹਿਲਾਂ ਫਿਰ ਫਾਇਰ ਕੱਢਿਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਵੀ ਖਾਲਸਾ ਡਰ ਕੇ ਭੱਜ ਜਾਵੇ। ਜਦੋਂ ਉਹਨਾਂ ਨੇ ਫਾਇਰ ਕੱਢਿਆ ਤਬ ਸਿੰਘਨ ਜਾਣਿਓ ਹਵੈ ਜੰਗਾ। ਤੇ ਬਸ ਫਿਰ ਸਿੰਘਾਂ ਨੇ ਵੀ ਜਾਣ ਲਿਆ ਵੀ ਹੁਣ ਗੱਲ ਬਣ ਗਈ ਹੈ ਜੰਗ ਕਰਨ ਦੀ। ਕਿਉਂਕਿ ਇਹ ਵੀ ਮਰਿਆਦਾ ਵੀ ਪਹਿਲਾਂ ਅਸੀਂ ਹਮਲਾ ਨਹੀਂ ਕਰਨਾ, ਹਮਲਾ ਨਹੀਂ ਪਹਿਲਾਂ ਕਰਨਾ, ਪਹਿਲ ਨਹੀਂ ਕਰਨੀ। ਉਹਨਾਂ ਪਹਿਲ ਕਰ ਲਈ। ਗੁਰਸਿੱਖਾਂ ਨੂੰ ਮੌਕਾ ਮਿਲ ਗਿਆ। ਇੱਕ ਦਿਸ਼ ਤੇ ਤਿੰਨ ਉੱਪਰ ਪਰੇ। ਹਾਂਜੀ, ਖੈਂਚੇ ਖੜਗ ਹਾਥ ਥਰ ਧਰੇ। ਬਸ ਇੱਕ ਪਾਸਿਓਂ ਫਿਰ ਗੁਰੂ ਕੇ ਸਿੱਖ ਟੁੱਟ ਕੇ ਜਾ ਕੇ ਪੈ ਗਏ ਜੀ ਉਹਨਾਂ ਰੰਗੜਾਂ ਦੇ ਉੱਤੇ। ਹਾਂਜੀ, ਗਾਡੇ ਖਰੇ ਅੰਗ ਤਿੰਨ ਕਾਟੇ। ਹਲਾ ਹੂਲ ਕਰ ਸਗਲੇ ਡਾਟੇ। ਸਾਧ ਸੰਗਤ ਜੀ ਉਹ ਇੱਕ ਪਾਸੇ ਹੋ ਗਏ, ਐ ਗੱਡ ਕੇ ਆਪਣੇ ਆਪ ਨੂੰ ਖਲੋ ਗਏ। ਖੂਬ ਰੌਲਾ ਮਚਣਾ ਸ਼ੁਰੂ ਹੋ ਗਿਆ। ਕੁਸ਼ਕ ਤੁਫੰਗਾਂ ਤਿਨੋਂ ਚਲਾਈ। ਉਹਨਾਂ ਨੇ ਵੀ ਗੋਲੀਆਂ ਚਲਾਈਆਂ ਜੀ। ਹਾਂਜੀ, ਮਿਲੇ ਸਿੰਘ ਮਾਰੇ ਸਮੁਦਾਈ। ਗੁਰੂ ਕੇ ਸਿੰਘ ਮਿਲੇ। ਕੁਝ ਗੋਲੀਆਂ ਗੁਰੂ ਕੇ ਸਿੰਘਾਂ ਨੂੰ ਲੱਗੀਆਂ
ਪਰ ਬਹੁਤ ਸਾਰੇ ਗੁੱਜਰਾਂ ਨੂੰ ਮਾਰਿਆ। ਤਬ ਰੰਗੜ ਉਮੜੇ ਇੱਕ ਦਿਸ਼ ਮੈਂ, ਫਿਰ ਰੰਗੜ ਉਮੜ ਕੇ ਅੱਗੇ ਹੋਏ, ਸ਼ਸਤਰ ਪ੍ਰਹਾਰੈ ਬਹੁ ਹੋਇ ਰਿਸ ਮੈਂ। ਤੇ ਐ ਗੁੱਸੇ ਵਿੱਚ ਆ ਕੇ ਖਾਲਸੇ ਨੂੰ ਸ਼ਸਤਰ ਮਾਰਦੇ ਹਨ। ਦੁਤੀਏ ਦਿਸ਼ਾ ਗੁੱਜਰ ਮਿਲ ਗਏ, ਤੇ ਦੂਜੇ ਬੰਨੇ ਗੁੱਜਰ ਰਲ ਗਏ। ਬ੍ਰਿੰਦ ਤੁਫੰਗ ਚਲਾਵਤ ਭਏ, ਉਹ ਵੀ ਸਾਧ ਸੰਗਤ ਜੀ ਗੋਲੀਆਂ ਚਲਾਉਣ ਲੱਗ ਪਏ। ਇਹ ਅੰਮ੍ਰਿਤ ਛਕਾਉਣ ਤੋਂ ਬਾਅਦ ਪਹਿਲਾ ਜੰਗ ਸੀ ਮਹਾਰਾਜ ਦਾ 9 ਪਿੰਡ ਉੱਤੇ ਜੀ। ਹਾਂਜੀ, ਲਾਗੀ ਸਿੰਘਨ ਅੰਗ ਤੁਫੰਗਨ, ਸਿੰਘਾਂ ਦੇ ਸ਼ਰੀਰਾਂ ਨੂੰ ਗੋਲੀਆਂ ਵੱਜੀਆਂ। ਗਿਰੇ ਕਿਤਕ ਹੋਏ ਪ੍ਰਾਨਨ ਭੰਗਨ, ਤੇ ਕੁਝ ਕੁ ਗੁਰੂ ਕੇ ਸਿੱਖ ਜਿਹੜੇ ਆ ਉਹ ਡਿੱਗ ਗਏ, ਸ਼ਹੀਦ ਹੋ ਗਏ। ਕੁਝਨਾਂ ਦੇ ਗੋਲੀਆਂ ਲੱਗੀਆਂ, ਉਹਨਾਂ ਦੇ ਅੰਗ ਟੁੱਟ ਗਏ। ਕਰਿਓ ਖਾਲਸੇ ਨੇ ਤਬ ਹੱਲਾ, ਹਾਂਜੀ। ਜੋ ਦੁਸ਼ਟਨ ਤੇ ਜਾਏ ਨਾ ਝੱਲਾ। ਗਰੀਬ ਨਵਾਜ ਸਤਿਗੁਰੂ ਜੀ ਨੇ ਬਚਨ ਕੀਤਾ, ਇੱਕੋ ਵਾਰੀ ਹੱਲਾ ਕਰ ਦਿਓ। ਇਹ ਕਿਤੇ ਕਿੰਨੇ ਕੁ ਨੇ, ਐਸਾ ਹੱਲਾ ਕਰੋ ਜਿਹੜਾ ਇਹਨਾਂ ਕੋ ਝੱਲਿਆ ਨਾ ਜਾਵੇ। ਕਿੰਨੇ ਕੁ ਨੇ ਸਾਧ ਸੰਗਤ ਜੀ। ਫਿਰ ਖਾਲਸਾ ਉਹਨਾਂ ਉੱਤੇ ਹੱਲਾ ਕਰਦਾ ਹੈ। ਇੱਕੋ ਵਾਰੀ ਐਸਾ ਹੱਲਾ ਕਰਨਾ ਹੈ ਕਿ 9 ਪਿੰਡ ਵਿੱਚ ਵਸਦੇ ਗੁਰੂ ਕੇ ਦੋਖੀਆਂ ਨੂੰ ਸਾਰਿਆਂ ਨੂੰ ਉਹਨਾਂ ਛੈ ਕਰ ਦੇਣਾ ਹੈ, ਨਾਸ ਕਰ ਦੇਣਾ ਹੈ। ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਸਮਾਂ ਜਿਹੜਾ ਹੈ ਉਹ ਸੰਪੂਰਨ ਹੋ ਗਿਆ ਕਥਾ ਦਾ। ਕੱਲ ਨੂੰ ਆਪਾਂ ਸੁਣਾਂਗੇ। ਇਹ ਪਹਿਲਾ ਵੀਰਤਾ ਭਰਿਆ ਕੌਤਕ ਸੀਗਾ, ਤੇ ਪਹਿਲਾ ਹੀ ਕੌਤਕ ਜਿਹੜਾ ਉਹ ਦੁਸ਼ਟਾਂ ਨੂੰ ਸੋਧਾ ਲਾਇਆ। ਵੇਖੋ ਇਹਨਾਂ ਦੇ ਕਰਮ ਐਸੇ ਸਨ ਸਾਧ ਸੰਗਤ ਜੀ। ਸੰਗਤਾਂ ਤਾਂ ਆਪਣੇ ਸਤਿਗੁਰੂ, ਆਪਣੇ ਪਿਆਰੇ, ਆਪਣੇ ਮਾਲਕ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ, ਪਰ ਇਹ ਡਾਕੂ ਬਣ ਕੇ ਸਾਰਾ ਕੁਝ ਰਸਤੇ ਵਿੱਚ ਖੋਹ ਲੈਂਦੇ ਸੀਗੇ। ਤਾਂ ਫਿਰ ਗੁਰੂ ਕੇ ਸਿੱਖ ਕਿੰਨਾ ਕੁ ਬਰਦਾਸ਼ਤ ਕਰਦੇ ਇਹਨਾਂ ਨੂੰ, ਮਹਾਰਾਜ ਕਿੰਨਾ ਕੁ ਬਰਦਾਸ਼ਤ ਕਰਦੇ। ਵੇਖੋ ਜਿਹੜੇ ਸਤਿਗੁਰੂ ਆਪਣੀ ਸੰਗਤ ਨੂੰ ਹੀ ਨਹੀਂ ਬਚਾ ਸਕਦੇ, ਉਹ ਸਤਿਗੁਰੂ ਜੀ ਫਿਰ ਹੋਰ ਕੀ ਕਰਨਗੇ। ਇਸ ਕਰਕੇ ਪਹਿਲਾਂ ਉਹਨਾਂ ਡਾਕੂਆਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀਗਾ। ਅੱਜ ਤਾਂ ਬਹੁਤ ਸੁੱਖ ਹੈ ਸਾਧ ਸੰਗਤ ਜੀ, ਐਸਾ ਮਾਹੌਲ ਨਹੀਂ ਹੈ। ਪਰ ਕਿਤੇ ਕਿਤੇ ਜਿੱਥੇ ਉਜਾੜ ਹੈ ਉੱਥੇ ਅੱਜ ਵੀ ਡਾਕੂ ਵਸਦੇ ਆ, ਜਿਹੜੇ ਆਏ ਗਏ ਰਾਹਗੀਰਾਂ ਨੂੰ ਤੰਗ ਕਰਦੇ ਆ। ਸਾਧ ਸੰਗਤ ਜੀ ਉਹ ਗੁੱਜਰ ਤੇ ਰੰਗੜ ਕੱਲੇ ਗੁਰਸਿੱਖਾਂ ਨੂੰ ਹੀ ਨਹੀਂ ਸੀ ਤੰਗ ਕਰਦੇ, ਜਿਹੜਾ ਵੀ ਰਾਹਗੀਰ ਉਸ ਰਸਤਿਓਂ ਲੰਘਦਾ ਸੀ ਉਹ ਸਾਰੇ ਰਾਹਗੀਰਾਂ ਨੂੰ ਤੰਗ ਕਰਦੇ ਹੁੰਦੇ ਸੀਗੇ ਜੀ। ਸੋ ਉਹਨਾਂ ਨੂੰ ਸਜ਼ਾ ਦੇਣੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਉਹ ਕਥਾ ਆਪਾਂ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।